ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਅਸੀਂ ਚਰਚਾ ਕਰਾਂਗੇ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਨਾਲ। ਤੇ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਹਰ ਇੱਕ ਇਨਸਾਨ ਦੇ ਨਾਲ ਸੰਬੰਧਿਤ ਰੱਖਦਾ ਹੈ, ਚਾਹੇ ਉਹ ਬਿਮਾਰ ਹੈ ਚਾਹੇ ਉਹ ਤੰਦਰੁਸਤ ਹੈ। ਵਿਸ਼ਾ ਹੈ ਕਿ ਕੁਦਰਤ ਆਪਣੇ ਢੰਗ ਨਾਲ ਇਲਾਜ ਕਰਦੀ ਹੈ ਤੇ ਅਸੀਂ ਉਸ ਦੇ ਵਿੱਚ ਕਿਸ ਤਰੀਕੇ ਦਖਲ ਅੰਦਾਜ਼ੀ ਕਰਦੇ ਹਾਂ। ਜੇ ਆਪਾਂ ਇਸ ਨੂੰ ਸਮਝ ਲਵਾਂਗੇ ਤਾਂ ਨਾ ਅਸੀਂ ਆਪਣੇ ਕਿਸੇ ਰੋਗ ਨੂੰ ਵਧਾਵਾਂਗੇ, ਨਾ ਅਸੀਂ ਆਪਣੀ ਕਿਸੇ ਸੱਟ ਨੂੰ ਵਧਾਵਾਂਗੇ, ਤੇ ਨਾ ਹੀ ਜਿਹੜਾ ਅਸੀਂ ਡਾਕਟਰਾਂ ਕੋਲੇ ਜਾ ਕੇ ਇਸ ਤਰ੍ਹਾਂ ਦੀਆਂ ਦਵਾਈਆਂ ਲੈ ਕੇ ਆਪਣੇ ਸਾਈਡ ਇਫੈਕਟ ਦੇ ਵਿੱਚ ਪੈ ਜਾਵਾਂਗੇ ਤਾਂ ਕਿ ਇੱਕ ਰੋਗ ਦਾ ਉਹ 10 ਰੋਗ ਬਣ ਜਾਣ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁੱਤਿਆਂ ਨੂੰ। ਡਾਕਟਰ ਸਾਹਿਬ, ਮੈਂ ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਕਿ ਅਸੀਂ ਕੁਦਰਤ ਦੇ ਇਲਾਜ ਕਰਨ ਦੇ ਢੰਗ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਹਾਂ। ਮੰਨ ਲਓ ਇੱਕ ਸੱਟ ਲੱਗ ਜਾਂਦੀ ਹੈ, ਉਹ ਹੱਥ ਸੁੱਜ ਗਿਆ, ਉਹਦੇ 'ਚ ਦਰਦ ਹੋ ਰਿਹਾ, ਉਹ ਹਿੱਲਣਾ ਬੰਦ ਹੋ ਗਿਆ, ਉਹ ਲਾਲ ਹੋ ਗਿਆ, ਉਹ ਗਰਮ ਹੋ ਗਿਆ, ਅਤੇ ਆਪਾਂ ਜਾ ਕੇ ਪੇਨ ਕਿਲਰ ਲੈ ਲੈਂਦੇ ਹਾਂ, ਆਪਾਂ ਉਹਦਾ ਸੋਜਾ ਉਤਾਰ ਦਿੰਦੇ ਹਾਂ, ਆਪਾਂ ਉਸ ਜੇ ਆਪਾਂ ਨੂੰ ਬੁਖਾਰ ਹੋ ਗਿਆ ਤਾਂ ਬੁਖਾਰ ਉਤਾਰ ਲੈਂਦੇ ਹਾਂ। ਕੀ ਮੈਂ ਸਹੀ ਹਾਂ ਜੀ ਇਹ? ਕੁਲਵੰਤ ਜੀ, ਬਹੁਤ ਹੀ ਵਧੀਆ ਵਿਸ਼ਾ ਹੈ ਕਿਉਂਕਿ ਮੇਰੀ ਟ੍ਰੇਨਿੰਗ ਜਿਹੜੀ ਹੈ ਉਹ ਮਾਡਰਨ ਮੈਡੀਕਲ ਸਿਸਟਮ 'ਚ ਹੈ, ਜਿਹਨੂੰ ਐਲੋਪੈਥੀ ਕਿਹਾ ਜਾਂਦਾ ਹੈ। ਔਰ ਐਲੋਪੈਥੀ 'ਚ ਜਿਹੜੀ ਇੱਕ ਬਹੁਤ ਮੈਨੂੰ ਗੱਲ ਜਿਹੜੀ ਹਮੇਸ਼ਾ ਹੀ ਸ਼ੁਰੂ ਤੋਂ ਚੁੱਭਦੀ ਰਹੀ, ਅਤੇ ਹੁਣ ਜਦੋਂ ਦੂਜੇ ਕੁਦਰਤੀ ਢੰਗ ਜਿਹੜੇ ਨੇ ਉਹਨਾਂ ਨੂੰ ਬਹੁਤ ਨੇੜਿਓਂ ਦੇਖਿਆ ਤਾਂ ਹੁਣ ਹੋਰ ਵੀ ਚੁੱਭਦੀ ਹੈ। ਕਿਉਂਕਿ ਮੈਨੂੰ ਲੱਗਦਾ ਕਿ ਕਾਫੀ ਸਾਲਾਂ ਤੱਕ ਤੋਂ ਪਹਿਲਾਂ ਕਾਫੀ ਸਾਲ ਪਹਿਲਾਂ ਅਗਰ ਮੈਨੂੰ ਇਹ ਗੱਲ ਗਹਿਰਾਈ 'ਚ ਸਮਝ ਆ ਜਾਂਦੀ ਤਾਂ ਸ਼ਾਇਦ ਮੈਂ ਬਹੁਤ ਲੋਕਾਂ ਦੀ ਹੋਰ ਵੀ ਮਦਦ ਕਰ ਸਕਦਾ। ਅਤੇ ਬੜੀ ਹੌਲੀ ਗੱਲ ਸਮਝ ਆਈ। ਜਿਵੇਂ ਸਮਝ ਆਈ ਤਿਵੇਂ ਮੈਂ ਆਪਣਾ ਮਰੀਜ਼ਾਂ ਨੂੰ ਡੀਲ ਕਰਨ ਦਾ ਤਰੀਕਾ ਬਦਲਦਾ ਗਿਆ, ਅਤੇ ਹੁਣ ਆ ਕੇ ਮੈਨੂੰ ਕੋਈ ਲੋੜ ਨਹੀਂ ਮਹਿਸੂਸ ਹੁੰਦੀ ਐਲੋਪੈਥੀ ਦਵਾਈ ਦੇਣ ਦੀ। ਕਦੇ ਭਾਵੇਂ ਕੋਈ ਬਹੁਤ ਹੀ ਪੇਸ਼ੈਂਟ ਕਿਸੇ ਢੰਗ ਨਾਲ ਬਹੁਤਾ ਉਲਝਿਆ ਹੋਵੇ ਤਾਂ ਮੈਨੂੰ ਲੋੜ ਮਹਿਸੂਸ ਹੁੰਦੀ ਹੋਵੇ ਤਾਂ ਉਹ ਜਿਹੜੀ ਮੇਰੀ ਟ੍ਰੇਨਿੰਗ ਹੈ, ਬਹੁਤ ਲੰਬੀ ਟ੍ਰੇਨਿੰਗ ਹੈ ਔਰ ਲੰਬਾ ਮੇਰਾ ਉਹਦਾ 'ਚ ਐਕਸਪੀਰੀਅੰਸ ਹੈ 50 ਸਾਲ ਦਾ, ਤਾਂ ਉਹ ਮੈਂ ਸਮਝਦਾ ਕਿ ਉਹ ਜਿਹੜਾ ਕਿਤੇ ਨਾ ਕਿਤੇ ਇੱਕ ਦਿਸ਼ਾ ਜਿਹੜੀ ਸੀ ਉਹਦੀ ਉਹ ਵੱਖਰੀ ਸੀ, ਜਿਹਨੂੰ ਆਪਾਂ ਜੇ ਜਟਕੀ ਭਾਸ਼ਾ 'ਚ ਕਹਿਣਾ ਹੋਵੇ ਤਾਂ ਬਿਨਾਂ ਮਤਲਬ ਦੇ ਟੰਗ ਅੜਾਉਣੀ ਹੀਲਿੰਗ 'ਚ, ਠੀਕ ਕਰਨ 'ਚ, ਇਲਾਜ ਕਰਨ 'ਚ। ਹੀਲਿੰਗ ਲਫ਼ਜ਼ ਜਿਹੜਾ ਅੰਗਰੇਜ਼ੀ ਦਾ ਬਹੁਤ ਪਿਆਰਾ ਲਫ਼ਜ਼ ਹੈ, ਹੀਲ ਕਰਨਾ। ਸਾਡੇ ਸ਼ਾਸਤਰ ਵੀ ਸ਼ੁਰੂ ਤੋਂ ਕਹਿੰਦੇ ਹੈ ਅਤੇ ਗੁਰੂ ਵੀ ਕਹਿੰਦੇ ਆ, ਬੁੱਧ ਕਹਿੰਦਾ ਹੁੰਦਾ ਸੀ ਕਿ ਆਈ ਐਮ ਏ ਹੀਲਰ। ਜੇ ਤੁਸੀਂ ਗੁਰਬਾਣੀ 'ਚ ਜਾਓ ਤਾਂ ਗੁਰੂ ਨਾਨਕ ਸਾਹਿਬ ਦੀ ਵੀ ਇੱਦਾਂ ਦੀਆਂ ਰੈਫਰੈਂਸਿਸ ਮਿਲਦੀਆਂ ਨੇ ਜਿਹਦੇ 'ਚ ਉਹ ਕਹਿੰਦੇ ਆ ਕਿ ਮੈਂ ਵੈਦ ਹਾਂ। ਤਾਂ ਉਹ ਜਿਹੜਾ ਵੈਦ ਲਫ਼ਜ਼ ਹੈ ਮਤਲਬ ਹੈ ਕਿ ਹੀਲ ਕਰਨਾ, ਕਿ ਕੋਈ ਵਿਅਕਤੀ ਆਪਣੀ ਫਿਜ਼ੀਕਲੀ, ਮੈਂਟਲੀ ਜਾਂ ਸਪਿਰਿਚੁਅਲੀ, ਜਿਹਨੂੰ ਕਿ WHO ਨੇ ਵੀ ਬਾਅਦ 'ਚ ਮੰਨ ਲਿਆ ਸਪਿਰਿਚੁਅਲ ਹੈਲਥ ਨੂੰ, ਤਾਂ ਉਹ ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ ਜਾਂ ਮਾਨਸਿਕ ਤੌਰ 'ਤੇ ਅਗਰ ਉਹਦੀ ਕੋਈ ਦਿੱਕਤ ਆ ਗਈ, ਉਹਨੂੰ ਉਹ ਜੇ ਕੋਈ ਬਿਮਾਰ ਹੋ ਗਿਆ, ਉਹ ਕੋਈ ਨੋਰਮਲ ਨਾਲੋਂ ਵੱਖਰਾ ਮਹਿਸੂਸ ਕਰ ਰਿਹਾ ਤਾਂ ਉਹਨੂੰ ਹੀਲ ਕਿਵੇਂ ਕਰਨਾ। ਤਾਂ ਹੀਲਰ ਜਿਹੜਾ ਹੈ ਲਫ਼ਜ਼ ਬਹੁਤ ਪਿਆਰਾ ਲਫ਼ਜ਼ ਹੈ, ਲੇਕਿਨ ਮੈਡੀਕਲ ਪ੍ਰੋਫੈਸ਼ਨ ਦੇ ਅੰਦਰ, ਐਲੋਪੈਥੀ ਦੇ ਅੰਦਰ ਜਿਹੜਾ ਇਹ ਟੰਗ ਅੜਾਉਣ ਦਾ ਵਰਤਾਰਾ ਇਹ ਬਹੁਤ ਹੀ ਗੈਰ ਕੁਦਰਤੀ ਹੈ। ਉਹ ਕੁਦਰਤ ਦੇ ਵਰਤਾਰੇ ਦੇ ਬਿਲਕੁਲ ਉਲਟ ਹੈ। ਅਸੀਂ ਕੁਦਰਤ ਜਿੱਦਾਂ ਹੀਲ ਕਰਦੀ ਹੈ ਉਹਦੀ ਬਿਲਕੁਲ ਮੁਖਾਲਫਤ ਕਰਦੇ ਹਾਂ ਅਸੀਂ, ਅਤੇ ਮੁਖਾਲਫਤ ਕਰਦੇ ਐਡੇ ਭੱਦੇ ਲੈਵਲ 'ਤੇ ਚਲੇ ਜਾਂਦੇ ਹਾਂ ਕਿ ਅਸੀਂ ਉਲਟਾ ਮਰੀਜ਼ ਨੂੰ ਨੁਕਸਾਨ ਕਰ ਦਿੰਦੇ ਹਾਂ। ਉਹਦਾ ਨੈਟ ਰਿਜ਼ਲਟ ਹੁਣੇ ਹੋ ਗਿਆ ਹੋਇਆ ਕਿ ਐਲੋਪੈਥੀ ਦੀਆਂ ਬਹੁਤ ਸਾਰੀਆਂ ਇੰਟਰਵੈਂਸ਼ਨ ਜਿਹੜੀਆਂ ਨੇ ਉਹ ਬੇਲੋੜੀਆਂ ਨੇ। ਨਾ ਸਿਰਫ ਬੇਲੋੜੀਆਂ ਨੇ ਬਲਕਿ ਉਹ ਸਗੋਂ ਉਲਟਾ ਨੁਕਸਾਨ ਕਰਦੀਆਂ ਨੇ। ਬਹੁਤ ਸਾਰੇ ਜਿਹੜੇ ਬਿਮਾਰੀਆਂ ਨੇ ਉਹਦੇ 'ਚ ਤਾਂ ਬਹੁਤ ਹੀ ਗੰਦੀ ਕਿਸਮ ਦਾ ਨੁਕਸਾਨ ਹੈ, ਜਿਵੇਂ ਸੈਕਟਰੀ ਦੇ ਮਰੀਜ਼ ਨੇ, ਡਾਇਬਟੀਜ਼ ਦੇ ਮਰੀਜ਼ ਨੇ, BP ਦੇ ਮਰੀਜ਼ ਨੇ, ਕੈਂਸਰ ਦੇ ਮਰੀਜ਼ ਨੇ, ਜਾਂ ਬਹੁਤ ਸਾਰੀਆਂ ਐਲਰਜੀਆਂ ਦੇ ਮਰੀਜ਼ ਨੇ, ਯਾਨੀ ਕਿ ਸਿੰਪਟਮ ਸਪਰੈਸ਼ਨ, ਕਿ ਕੁਦਰਤ ਜਿਹੜੀ ਹੈ ਉਹ ਅਲਾਮਤਾਂ ਪੈਦਾ ਕਰਕੇ ਠੀਕ ਕਰਦੀ ਹੈ ਔਰ ਅਸੀਂ ਅਲਾਮਤਾਂ ਨੂੰ ਦਬਾਉਂਦੇ ਹਾਂ। ਕੁਦਰਤ ਸਾਨੂੰ ਸਰੀਰਕ ਪੀੜਾ ਦੇ ਕੇ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਤੁਹਾਡੇ ਆਹ ਪ੍ਰੋਬਲਮ ਹੋਈ ਹੈ ਭਾਈ, ਇਹਨੂੰ ਠੀਕ ਕਰ ਲਓ। ਬਿਲਕੁਲ, ਗੁਰੂ ਸਾਹਿਬ ਨੇ ਜਿਹੜਾ ਕਿਹਾ ਨਾ, ਦੁੱਖ ਦਾਰੂ ਸੁੱਖ ਰੋਗ ਪਿਆ ਤਾਂ ਸੁੱਖ ਕਾਮਨਾ ਹੋਈ। ਵੀ ਇਹੋ ਜਿਹੇ ਸੁੱਖ ਦੀ ਕਾਮਨਾ ਨਹੀਂ ਕਰਨੀ ਚਾਹੀਦੀ ਜਿਹੜਾ ਤੁਹਾਨੂੰ ਰੋਗੀ ਕਰੇ। ਤਾਂ ਦੁੱਖ ਜਿਹੜਾ ਹੈ ਦਾਰੂ ਹੈ। ਉਹ ਗੁਰੂ ਸਾਹਿਬ ਨੇ ਕੁਝ ਸਿਰਫ ਕਵਿਤਾ ਦੀਆਂ 2 ਲਾਈਨਾਂ ਨਹੀਂ ਹੈ, ਉਹ ਗੁਰੂ ਸਾਹਿਬ ਦੀ ਬਹੁਤ ਇਹ ਗਹਿਰੀ ਸਮਝ 'ਚੋਂ ਨਿਕਲੀ ਹੋਈ ਜਿਹੜੀ ਹੈ ਫਲਸਫਾ ਹੈ ਕਿ ਕੁਦਰਤ ਜਿਹੜੀ ਹੈ ਦੁੱਖ ਦੇ ਕੇ ਤੁਹਾਨੂੰ ਠੀਕ ਕਰਦੀ ਹੈ। ਉਹ ਦੁੱਖ ਸਰੀਰਕ ਵੀ ਹੋ ਸਕਦਾ, ਉਹ ਦੁੱਖ ਮਾਨਸਿਕ ਵੀ ਹੋ ਸਕਦਾ। ਸੋ ਦੋਨੋਂ ਦੁੱਖ ਜਿਹੜੇ ਨੇ ਉਹ ਜੇ ਅਸੀਂ ਠੀਕ ਢੰਗ ਨਾਲ ਅਸੀਂ ਉਹਨੂੰ ਕੈਚ ਕਰ ਸਕੀਏ, ਪਕੜ ਸਕੀਏ, ਤਾਂ ਦੁੱਖ 'ਚੋਂ ਅਸੀਂ ਦਾਰੂ ਕੱਢ ਸਕਦੇ ਹਾਂ। ਲੇਕਿਨ ਅਸੀਂ ਕੁਛ ਤਾਂ ਬਹੁਤੇ ਮਨੁੱਖ ਖੁਦ ਵੀ ਜਿਹੜੇ ਨੇ
ਉਹ ਇੰਨੀ ਸਮਝ ਗਹਿਰੀ ਨਹੀਂ ਰੱਖਦੇ ਜਾਂ ਉਹਨੂੰ ਕੋਈ ਸਮਝਾਉਣ ਵਾਲਾ ਨਹੀਂ ਹੁੰਦਾ, ਉਹਨੂੰ ਵਿਅਕਤੀ ਨੂੰ ਵੀ ਦੋਸ਼ ਨਾ ਦਈਏ ਆਪਾਂ, ਕਿਉਂਕਿ ਜੇ ਹੀਲਰ ਜਿਹੜਾ ਹੈ ਉਹ ਕਿੱਦਾਂ ਦਾ, ਜੇ ਹੀਲਰ ਖੁਦ ਹੀ ਉਹਨੂੰ ਅਲਾਮਤਾਂ ਨੂੰ ਦਬਾ ਰਿਹਾ ਤਾਂ ਫਿਰ ਆਪਾਂ ਉਹਨੂੰ ਵਿਅਕਤੀ ਨੂੰ ਕੀ ਦੋਸ਼ ਦੇ ਸਕਦੇ ਹਾਂ, ਕਿਉਂਕਿ ਅੱਜ ਮੁੱਖ ਧਾਰਾ ਜਿਹੜਾ ਮੈਡੀਕਲ ਪੇਸ਼ਾ ਹੈ ਉਹਦਾ ਕੰਮ ਹੀ ਇਹ ਹੋ ਗਿਆ ਕਿ ਦਰਦ ਹੈ ਤਾਂ ਦਰਦ ਪੇਨ ਕਿਲਰ ਦੇ ਦਿਓ, ਜੇ ਕੋਈ ਮਾਨਸਿਕ ਦਰਦ ਹੈ ਤਾਂ ਉਹਨੂੰ ਸੌਣ ਦੀ ਦਵਾਈ ਦੇ ਦਿਓ, ਉਹਨੂੰ ਸੈਡੇਟ ਕਰ ਦਿਓ। ਤਾਂ ਉਹ ਜਿਹੜਾ ਵਰਤਾਰਾ ਕਿਤੇ ਨਾ ਕਿਤੇ ਹੈਗਾ ਉਹ ਬਹੁਤ ਹੀ ਗੈਰ ਕੁਦਰਤੀ ਹੈ ਔਰ ਕੁਦਰਤ ਦੇ ਹੀਲ ਕਰਨ ਦੇ ਮੈਥਡਸ ਦੇ ਬਿਲਕੁਲ ਖਿਲਾਫ ਹੈ। ਜਿਵੇਂ ਬੁਖਾਰ ਹੈ ਫॉर ਐਗਜ਼ਾਮਪਲ, ਕੁਦਰਤ ਬੁਖਾਰ ਪੈਦਾ ਕਰਕੇ ਤੁਹਾਨੂੰ ਠੀਕ ਕਰ ਰਹੀ ਹੈ। ਕਿਸ ਤਰ੍ਹਾਂ? ਬੁਖਾਰ ਦੇ ਅੰਦਰ, ਬੁਖਾਰ ਇੱਕ ਇਹੋ ਜਿਹੀ ਸਟੇਟ ਆਫ ਜਿਹਨੂੰ ਕਹਿੰਦੇ ਆ ਤੁਹਾਡੇ ਅੰਦਰ ਉਹ ਪ੍ਰਕਿਰਿਆਵਾਂ ਨੇ, ਸਾਰਾ ਕੁਝ ਇੱਕ ਵਾਰ ਫੁੱਟਿੰਗ 'ਤੇ ਚਲਾ ਜਾਂਦਾ ਬੁਖਾਰ 'ਚ। ਤੁਸੀਂ ਦੇਖੋਗੇ ਕਿ ਬੁਖਾਰ, ਸਰੀਰ ਤਪ ਰਿਹਾ, ਹਾਰਟ ਡਬਲ ਰੇਟ ਚੱਲ ਰਿਹਾ, ਸਾਹ ਵੀ ਡਬਲ ਚੱਲਦਾ ਹੈ, ਖਾਣਾ ਪੀਣਾ ਬੰਦ ਹੈ ਤੁਹਾਡਾ, ਕੋਈ ਭੁੱਖ ਨਹੀਂ ਲੱਗ ਰਹੀ, ਕੋਈ ਕੰਮ ਕਰਨ ਨੂੰ ਜੀ ਨਹੀਂ ਕਰ ਰਿਹਾ, ਮੰਜੇ 'ਤੇ ਲੇਟਣ ਨੂੰ ਜੀ ਕਰਦਾ। ਕੀ ਕਰ ਰਹੀ ਕੁਦਰਤ ਉਹ ਕੁਛ ਪ੍ਰੋਡਿਊਸ ਕਰਕੇ ਤੁਹਾਡੀ ਭੁੱਖ ਮਾਰ ਕੇ ਤੁਹਾਡਾ ਕੰਮਕਾਰ ਤੋਂ ਤੁਹਾਡਾ ਪਾਸੇ ਕਰਕੇ ਤੁਹਾਨੂੰ ਮੰਜੇ 'ਤੇ ਪਾ ਕੇ ਕੁਦਰਤ ਇਹ ਪੈਸੇ ਦੇ ਰਹੀ ਹੈ ਕਿ ਬੇਟਾ ਆਹ ਕੰਮ ਛੱਡ ਦੇ, ਅਜੇ ਤੇਰੇ ਸਰੀਰ ਨੂੰ ਖਤਰਾ ਹੈ, ਤੇਰੇ ਸਰੀਰ 'ਚ ਕੋਈ ਰੋਗ ਆ ਗਿਆ, ਉਹਨੂੰ ਉਹਦੇ ਵੱਲ ਮੈਨੂੰ ਧਿਆਨ ਕਰਨ ਦੇ, ਬਾਕੀ ਕੰਮ ਛੱਡ ਦੇ ਸਾਰੇ। ਕਿਉਂਕਿ ਊਰਜਾ ਤਾਂ ਸੀਮਤ ਹੈ ਨਾ, ਸਰੀਰ ਕੋਲ ਇੱਕ ਸੀਮਤ ਊਰਜਾ ਹੈ। ਜੇ ਮੈਂ ਬੁਖਾਰ ਚੜ੍ਹੇ 'ਚ ਵੀ ਰੋਟੀ ਦੜ ਦੂਸ ਖਾਈ ਜਾਊਂਗਾ, ਉਹ ਸਾਡਾ ਹੁਣ ਹਾਲ ਇਹ ਹੋ ਗਿਆ ਕਿ ਧੱਕੇ ਨਾਲ ਖਵਾਉਂਦੀਆਂ ਨੇ ਮਾਵਾਂ ਵੀ ਨਹੀਂ ਪੁੱਤ ਖਾ ਲੈ, ਕਮਜ਼ੋਰ ਹੋ ਜਾਏਗਾ। ਉਹ ਕੁਦਰਤੀ ਭਾਸ਼ਾ ਦਾ ਕੋਈ ਇੱਜ਼ਤ ਹੀ ਨਹੀਂ ਹੈ, ਕੋਈ ਉਹਦਾ ਸਤਿਕਾਰ ਨਹੀਂ ਹੈ ਕੁਦਰਤ ਦਾ, ਕਿ ਕੁਦਰਤ ਨੇ ਭੁੱਖ ਮਾਰੀ ਹੈ ਅਤੇ ਕਿਸੇ ਕਾਰਨ ਕਰਕੇ ਮਾਰੀ ਹੈ। ਕੁਦਰਤ ਨੇ ਤੁਹਾਨੂੰ ਮੰਜੇ 'ਤੇ ਪਾਇਆ ਲੰਮਾ ਅਤੇ ਕਿਸੇ ਕਾਰਨ ਕਰਕੇ ਪਾਇਆ, ਤੁਸੀਂ ਕਿਉਂ ਧੱਕੇ ਨਾਲ ਉੱਠਣਾ ਚਾਹੁੰਦੇ ਹੋ? ਠੀਕ ਹੈ, ਜੇ ਭੁੱਖ ਮਾਰਤੀ ਤਾਂ ਉਹਦਾ ਮਤਲਬ ਇਹ ਆ ਵੀ ਅੰਦਰ ਜੇਕਰ ਮਕੈਨਿਜ਼ਮ ਜਿਹੜਾ ਉਹ ਅੰਦਰ ਹਜਮ ਕਰਨ 'ਚ ਲੱਗ ਜੇ ਤਾਂ ਹੀਲਿੰਗ ਦੇ ਵਿੱਚ ਤਾਂ ਹਟ ਜਾਏਗਾ। ਬਿਲਕੁਲ ਤੁਹਾਡੀ ਊਰਜਾ ਜਿਹੜੀ ਹੈ, ਨੋਨ ਹੈ ਕਿ ਖਾਣਾ ਹਜਮ ਕਰਨ 'ਚ 70% ਊਰਜਾ ਲੱਗ ਜਾਂਦੀ ਹੈ। ਪੂਰੇ ਸਰੀਰ ਦੀ ਊਰਜਾ ਦਾ 70% ਖਾਣਾ ਖਾਣ 'ਚ ਲੱਗ ਜਾਂਦਾ। ਤੁਸੀਂ ਦੇਖਿਆ ਹੋਣਾ ਕਿ ਜਦੋਂ ਆਪਾਂ ਰੱਜ ਕੇ ਖਾਣਾ ਖਾ ਲਈਏ ਨਾ ਤਾਂ ਕੰਮ ਕਰਨ ਨੂੰ ਜੀ ਕਰਦਾ, ਨੀਂਦ ਨਾਲ ਸੁਸਤੀ ਛਾਉਣ ਲੱਗ ਜਾਂਦੀ ਹੈ। ਤਾਂ ਉਹ ਸਾਰਾ ਵਰਤਾਰਾ ਕਿਉਂ ਹੈ? ਕਿਉਂਕਿ 70% ਊਰਜਾ ਖਾਣੇ ਨੂੰ ਹਜਮ ਕਰਨ 'ਚ ਲੱਗਦੀ ਹੈ। ਹਜਮ ਕਰਨਾ, ਖਾਣਾ ਹਜਮ ਕਰਨਾ ਬਾਡੀ ਵਾਸਤੇ, ਸਰੀਰ ਵਾਸਤੇ ਇੱਕ ਬਹੁਤ ਵੱਡਾ ਕੰਮ ਹੈ। ਉਹਦੇ ਕੁੱਡੇ ਵੱਡਾ ਮਤਲਬ ਖਾਣਾ ਐਡਾ ਕੋਈ ਬਣਵਾਇਆ ਪਕਾਇਆ ਹੋਇਆ ਕਿਸੇ ਅਲੱਗ-ਅਲੱਗ ਸ਼ਕਲਾਂ 'ਚ, ਉਹਨੂੰ ਜਾ ਕੇ ਰਸ ਕੱਢਣੇ, ਉਹਨੂੰ ਹਜਮ ਕਰਨਾ, ਫਿਰ ਰਸਾਂ ਨੂੰ ਖੂਨ 'ਚ ਲੈ ਕੇ ਜਾਣਾ, ਫਿਰ ਖੂਨ ਤੋਂ ਕੱਲੇ ਕੋਈ ਸ਼ਿਕਾਰ ਨੂੰ ਦੇਣਾ, ਬਹੁਤ ਵੱਡਾ ਕੰਮ ਹੈ। ਤਾਂ ਉਹ ਕੰਮ ਤੋਂ ਜੇ ਔਰ ਕੁਦਰਤ ਨੇ ਸਾਨੂੰ ਰਿਜ਼ਰਵ ਦਿੱਤਾ ਹੋਇਆ ਅੰਦਰ, ਕੁਦਰਤ ਨੇ ਸਾਨੂੰ ਰਿਜ਼ਰਵ ਦਿੱਤਾ ਕਿ ਜੇ ਅਸੀਂ 2 ਦਿਨ 4 ਦਿਨ 5 ਦਿਨ 7 ਦਿਨ ਨਹੀਂ ਖਾਵਾਂਗੇ ਤਾਂ ਕੁਛ ਨਹੀਂ ਵਿਗੜਨ ਲੱਗਿਆ। ਸਰੀਰ ਦਾ ਭਾਰ ਘਟੇਗਾ, ਥੋੜੀ ਕਮਜ਼ੋਰੀ ਆਏਗੀ, ਉਸ ਤੋਂ ਬਾਅਦ ਉਹ ਹੋਰ ਠੀਕ ਹੋ ਜਾਏਗਾ। ਔਰ ਤੁਸੀਂ ਪਾਓਗੇ ਕਿ ਜਦੋਂ ਤੁਸੀਂ ਬਿਮਾਰ ਹੋ ਕੇ ਹਟਦੇ ਹੋ ਤਾਂ ਤੁਹਾਡਾ ਜਿਹੜਾ ਭਾਰ ਹੈ, ਸਗੋਂ ਜਿੰਨਾ ਮੰਨ ਲਓ 5 ਕਿਲੋ ਭਾਰ ਘਟ ਗਿਆ, ਤੁਸੀਂ ਹਫ਼ਤਾ ਕੁਝ ਨਹੀਂ ਖਾ ਸਕੇ, ਤਾਂ ਜਦੋਂ ਤੁਸੀਂ ਠੀਕ ਹੋਵੋਗੇ ਤਾਂ ਤੁਹਾਡਾ 7 ਕਿਲੋ ਭਾਰ ਵਧੇਗਾ, 2 ਕਿਲੋ ਹੋਰ ਵੱਜੇਗਾ। ਉਹਨੂੰ ਓਵਰ ਸ਼ੂਟਿੰਗ ਕਹਿੰਦੇ ਆ। ਨੇਚਰ ਦੇ ਵਿੱਚ ਓਵਰ ਸ਼ੂਟਿੰਗ ਹੁੰਦੀ ਹੈ ਵੀ ਕੁਦਰਤ ਨੇ ਪਹਿਲਾਂ ਜਦੋਂ ਤੁਸੀਂ ਬਿਮਾਰ ਸੀਗੇ, ਕੁਦਰਤ ਤੁਹਾਡੀ ਭੁੱਖ ਮਾਰਤੀ। ਹੁਣ ਜਦੋਂ ਤੁਸੀਂ ਬਿਮਾਰੀ ਹਟ ਗਈ ਹੈ ਤਾਂ ਕੁਦਰਤ ਨੂੰ ਵੱਧ ਭੁੱਖ ਲਾਏਗੀ। ਕੁਦਰਤ ਆਪ ਹੀ ਉਹਨੂੰ ਚਿੰਤਾ ਹੈ ਕਿ ਇਸ ਬੰਦੇ ਨੂੰ ਫਿਰ ਵਾਪਸ ਉੱਥੇ ਲੈ ਕੇ ਆਉਣਾ। ਅਸੀਂ ਉਹਦੀ ਭਾਸ਼ਾ ਨੂੰ ਬਿਲਕੁਲ ਇਗਨੋਰ ਕਰਦੇ ਹਾਂ ਔਰ ਧੱਕੇ ਨਾਲ ਖਾਣ ਦੀ ਕੋਸ਼ਿਸ਼ ਕਰਦੇ ਹਾਂ ਬਾਰ-ਬਾਰ, ਜਾਂ ਧੱਕੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਕੰਮ ਨਹੀਂ ਕਰਨਾ ਚਾਹੀਦਾ, ਜਾਂ ਕੁਛ ਨਾ ਕੁਛ ਇਹੋ ਜਿਹੀਆਂ ਗੱਲਾਂ ਕਰਦੇ ਹਾਂ ਜਿਹੜੀਆਂ ਕਿ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ, ਤਾਂ ਉਹਨੂੰ ਕੁਦਰਤ ਤੁਹਾਨੂੰ ਰੋਕਦੀ ਹੈ। ਸੋ ਕੁਦਰਤ ਦੀ ਭਾਸ਼ਾ ਜਿਹੜੀ ਹੈ ਉਹਨੂੰ ਸਮਝਣਾ ਚਾਹੀਦਾ ਔਰ ਕੁਦਰਤ ਦੇ ਹੀਲਿੰਗ ਮੈਕੈਨਿਜ਼ਮ ਨੂੰ ਸਮਝਣਾ ਚਾਹੀਦਾ। ਮੰਨ ਲਓ ਡਾਕਟਰ ਸਾਹਿਬ, ਇਹ ਤਾਂ ਇੱਕ ਉਦਾਹਰਨ ਹੋ ਗਈ ਬੁਖਾਰ ਵਾਲੀ। ਮੰਨ ਲਓ ਆਪਣੇ ਸੱਟ ਲੱਗ ਗਈ ਹੈ, ਸੱਟ ਲੱਗਣ 'ਤੇ ਸੁੱਜ ਜਾਂਦਾ, ਉਹਦੇ 'ਚ ਦਰਦ ਹੋ ਰਿਹਾ, ਗਰਮ ਹੋ ਗਿਆ ਉਹ, ਹੈ ਨਾ, ਅਤੇ ਉਹ ਹਿੱਲ ਨਹੀਂ ਰਿਹਾ। ਕਿਉਂਕਿ ਇਹ ਦਰਸ਼ਕਾਂ ਨੂੰ ਇਹ ਚੀਜ਼ਾਂ ਸਮਝਣੀਆਂ ਬਹੁਤ ਜ਼ਰੂਰੀ ਨੇ ਵੀ ਇਹ ਕਿਉਂ ਹੋ ਰਿਹਾ। ਆਪਾਂ ਅਲੱਗ-ਅਲੱਗ ਥੋੜ੍ਹੇ ਜਿਹੇ ਉਦਾਹਰਨਾਂ ਦੇਵਾਂਗੇ, ਉਹਦੇ ਤੋਂ ਆਪਾਂ ਨੂੰ ਸਮਝਣਾ ਪਏਗਾ। ਬਿਲਕੁਲ ਉਦਾਹਰਨਾਂ ਨਾਲ ਹੀ ਸਮਝਾਉਣਾ ਪਏਗਾ, ਕਿਉਂਕਿ ਗੱਲ ਥੋੜ੍ਹੀ ਗਹਿਰੀ ਹੈ। ਜੇ ਆਪਾਂ ਉਦਾਹਰਨਾਂ ਦੇ ਕੇ ਨਹੀਂ ਸਮਝਾਵਾਂਗੇ ਤਾਂ ਸਿਰ ਤੋਂ ਲੰਘ ਜਾਏਗੀ ਇਹ। ਮੈਨੂੰ ਖੁਦ ਬੜਾ ਖਤਰਾ ਲੱਗ ਰਿਹਾ ਕਿ ਜੇ ਆਪਾਂ ਗੱਲ ਨੂੰ ਸਿੰਪਲ ਸਧਾਰਨ ਨਾ ਕਰ ਸਕੇ ਤਾਂ ਇਹ ਗੱਲ ਪਕੜ 'ਚ ਨਹੀਂ ਆਉਣੀ, ਕਿਉਂਕਿ ਇਹ ਆਮ ਦਿਨਾਂ 'ਚ ਲੋਕ ਸੋਚਦਾ ਨਹੀਂ ਹੈ ਇੱਦਾਂ ਕੋਈ, ਅਤੇ ਨਾ ਡਾਕਟਰਾਂ ਦੀ ਸੋਚ ਹੈ ਇੱਦਾਂ ਦੀ। ਤਾਂ ਡਾਕਟਰ ਵੀ ਜਿਹੜੇ ਕਰਦੇ ਨੇ ਉਹ ਬਿਲਕੁਲ ਵੱਖਰੀ ਕਿਸਮ ਦਾ ਕਰਦੇ ਆ। ਹੁਣ ਮੰਨ ਲਓ ਤੁਸੀਂ ਸੱਟ ਦੀ ਉਦਾਹਰਨ ਲਈ ਆ, ਮੰਨ ਲਓ ਆਪਾਂ ਨੂੰ ਗਿੱਟੇ 'ਤੇ ਸੱਟ ਲੱਗੀ, ਗਿੱਟਾ ਮੁੱਚ ਗਿਆ ਤਾਂ ਕੀ ਹੋਏਗਾ? 2 ਗੱਲਾਂ ਹੁੰਦੀਆਂ ਨੇ। ਫੌਰੀ ਤੌਰ 'ਤੇ ਤੁਹਾਨੂੰ ਦਰਦ ਹੋਏਗੀ ਬਹੁਤ ਜ਼ਿਆਦਾ, ਤੁਹਾਡਾ ਸੋਜਾ ਆ ਜਾਏਗਾ, ਫਿਰ ਤੁਹਾਡੇ ਜਿਹੜੇ ਮਸਲ ਨੇ ਸਪਾਜ਼ਮ 'ਚ ਆ ਜਾਣਗੇ, ਥੋੜ੍ਹਾ ਉਹ ਪਾਰਟ ਹਿੱਲੇਗਾ ਨਹੀਂ, ਖਿੱਚਿਆ ਜਾਏਗਾ ਇੱਕਦਮ। ਤਾਂ ਇਹ ਤਿੰਨੇ ਚੀਜ਼ਾਂ ਕਰਕੇ ਕੁਦਰਤ ਕੀ ਕਰਨਾ ਚਾਹ ਰਹੀ ਹੈ? ਕੁਦਰਤ ਤੁਹਾਨੂੰ ਮੈਸੇਜ ਦੇ ਰਹੀ ਹੈ, ਪੇਨ ਨਾਲ ਪੂਰੇ ਬਾਡੀ ਦੀ ਊਰਜਾ ਉੱਥੇ ਫੋਕਸ ਕਰਤੀ। ਜਿੰਨੀ ਤਿੱਖੀ ਪੇਨ ਹੋਏਗੀ ਉਨੀ ਤੁਹਾਡੀ ਊਰਜਾ ਫੋਕਸ ਹੋ ਜਾਏਗੀ, ਉਸ ਪੂਰੇ ਸਰੀਰ ਦੀ ਊਰਜਾ ਇੱਕ ਥਾਂ 'ਤੇ ਫੋਕਸ ਹੋ ਜਾਏਗੀ। ਕਾਹਦੇ ਰਾਹੀਂ? ਦਰਦ ਰਾਹੀਂ।
ਤੇ ਸਪਾਜ਼ਮ ਕੀਤਾ ਉਹਨੇ, ਪੱਠੇ ਖਿੱਚਤੇ। ਕਿਉਂ? ਕਿਉਂਕਿ ਕੁਦਰਤ ਨਹੀਂ ਚਾਹੁੰਦੀ ਕਿ ਤੁਸੀਂ ਉਹਨੂੰ ਹੋਰ ਹਿਲਾਓ ਤੇ ਹੋਰ ਉਹਦੇ 'ਚ ਹੋਰ ਖੂਨ ਨਿਕਲੇ, ਕਿਉਂਕਿ ਜਦੋਂ ਵੀ ਸੱਟ ਲੱਗਦੀ ਹੈ ਤਾਂ ਅੰਦਰ ਜਿਹੜਾ ਖੂਨ ਪੈ ਜਾਂਦਾ, ਜਿਹੜੇ ਜਿਹਨੂੰ ਕਹਿੰਦੇ ਮਾਸ ਫਟ ਗਿਆ, ਮਤਲਬ ਫ੍ਰੈਕਚਰ ਨਹੀਂ ਵੀ ਹੋਇਆ, ਮਾਸ ਫਟ ਗਿਆ ਜਦੋਂ ਕਹਿੰਦੇ ਆਪਾਂ, ਤਾਂ ਜਦੋਂ ਮਾਸ ਫਟਦਾ ਤਾਂ ਉਹਦੇ 'ਚ ਖੂਨ ਨਿਕਲਣ ਲੱਗਦਾ ਉੱਥੇ, ਤਾਂ ਹੀ ਸੁੱਜਦਾ, ਉਹ ਸੁੱਜ ਜਾਂਦਾ। ਤਾਂ ਉਹ ਕੁਦਰਤ ਜਿਹੜੀ ਉਹਨੂੰ ਨਹੀਂ ਚਾਹੁੰਦੀ ਕਿ ਤੁਸੀਂ ਉਹਨੂੰ ਹਿਲਾਓ, ਕਿਉਂਕਿ ਹਿਲਾਓਗੇ ਤਾਂ ਹੋਰ ਸੁੱਜੇਗਾ। ਤਾਂ ਉਹ ਕੁਦਰਤ ਜਿਹੜੀ ਆ, ਫਿਰ ਦੂਜੀ ਗੱਲ ਤੁਹਾਡੀ ਕੁਦਰਤ ਤੁਹਾਨੂੰ ਇਹ ਮੈਸੇਜ ਦਿੰਦੀ ਕਿ ਉਹਨੂੰ ਭਾਰ ਨਾ ਪਾ ਇਹਦੇ ਉੱਪਰ, ਇਹਦੇ ਉਹਨੂੰ ਥੱਲੇ ਨਹੀਂ ਲੱਗਣ ਤੋਂ, ਤੁਸੀਂ ਥੱਲੇ ਗਿੱਟਾ ਲਾਉਣ ਦੀ ਕੋਸ਼ਿਸ਼ ਕਰੋਗੇ, ਲੱਗਣ ਨਹੀਂ ਦੇਗੀ, ਇੰਨੀ ਦਰਦ ਜ਼ਿਆਦਾ ਵੱਧ ਜਾਏਗੀ। ਸੋ ਦਰਦ ਦੇ ਨਾਲ ਕੁਦਰਤ ਤੁਹਾਨੂੰ ਮੈਸੇਜ ਵੀ ਦੇ ਰਹੀ ਹੈ ਕਿ ਬੇਟਾ ਇਹਨੂੰ ਇਸ ਹਿੱਸੇ ਨੂੰ ਨਾ ਵਰਤ, ਹੁਣ ਇਹਦੇ ਉੱਪਰ ਭਾਰ ਨਾ ਪਾ, ਇਹਨੂੰ ਹਿਲਾ ਨਾ, ਇਸ ਕਰਕੇ ਉਹਨੂੰ ਜਿਹੜੀ ਹੈ ਉਹਨੂੰ ਆਰਾਮ ਕਰ। ਤਾਂ ਜੇ ਅਸੀਂ ਕੁਦਰਤ ਦੀ ਭਾਸ਼ਾ ਸਮਝ ਲਾਂਗੇ ਤਾਂ ਬਹੁਤ ਜਲਦੀ ਉਹ ਠੀਕ ਹੋ ਜਾਂਦਾ, ਕੋਈ ਐਸੀ ਗੱਲ ਨਹੀਂ ਹੁੰਦੀ। ਆਪਾਂ ਕੀ ਕਰਦੇ ਹਾਂ ਉਸ ਦੌਰਾਨ? ਦੇਖੋ ਮਾਡਰਨ ਮੈਡੀਕਲ ਸਿਸਟਮ 'ਚ ਕੀ ਹੈ, ਅਸੀਂ ਉਹਨੂੰ ਕਹਿੰਦੇ ਪੇਨ ਕਿਲਰ ਅਤੇ ਐਂਟੀ ਇਨਫਲੇਮੇਟਰੀ ਡਰੱਗਸ। ਇਨਫਲੇਮੇਸ਼ਨ ਕਰਕੇ ਕੁਦਰਤ ਹੀਲ ਕਰਦੀ ਹੈ। ਇਨਫਲੇਮੇਸ਼ਨ ਦਾ ਮਤਲਬ ਸੋਜਾ, ਉਹਨੂੰ ਆਮ ਭਾਸ਼ਾ ਸੋਜਾ ਕਹਿੰਦੇ ਆ, ਲੇਕਿਨ ਇਨਫਲੇਮੇਸ਼ਨ ਦੇ ਵਿੱਚ ਸਾਰਾ ਖੂਨ ਜਿਹੜਾ ਹੈ, ਖੂਨ ਦੇ ਰਾਹੀਂ ਸਾਰੀ ਉਹ ਚੀਜ਼ ਜਿਹਨੇ ਉਹਨੂੰ ਹੀਲ ਕਰਨਾ ਹੈ, ਸਾਰਾ ਕੁਝ ਕੁਦਰਤ ਉੱਥੇ ਸਿੱਟਦੀ ਹੈ, ਫਟਾਫਟ ਸਪਲਾਈ ਲਾਈਨ। ਕਿਉਂਕਿ ਇੱਕ ਥਾਂ 'ਤੇ ਜ਼ਿਆਦਾ ਲੋੜ ਪੈ ਗਈ ਨਾ, ਪਹਿਲਾਂ ਕੁਦਰਤ ਸਾਰੀ ਬਾਡੀ 'ਚ ਬਰਾਬਰ ਦੇ ਰਹੀ ਸੀਗੀ, ਹੁਣ ਇੱਕ ਹਿੱਸੇ ਨੂੰ ਵੱਧ ਲੋੜ ਪੈ ਗਈ, ਉਹਨਾਂ ਖੁਰਾਕੀ ਤੱਤਾਂ ਦੀ, ਕੈਲਸ਼ੀਅਮ ਦੀ ਵੱਧ ਲੋੜ ਪੈ ਗਈ, ਕੁਝ ਪ੍ਰੋਟੀਨ ਦੀ ਵੱਧ ਲੋੜ ਪੈ ਗਈ, ਖੂਨ ਦੇ ਰਾਹੀਂ ਹੋਰ ਚੀਜ਼ਾਂ ਜਾਣੀਆਂ, ਜਿਹਨੇ ਵਿਟਾਮਿਨ ਡੀ ਦੀ ਜੋ ਵੀ ਕੁਦਰਤ ਉਨੀ ਜਗ੍ਹਾ 'ਤੇ ਵੱਧ ਜਾਣ ਲੱਗ ਜਾਂਦਾ ਆਟੋਮੈਟਿਕਲੀ, ਹੋਰ ਆਟੋਮੈਟਿਕਲੀ ਕੁਦਰਤ ਵਧਾ ਦਿੰਦੀ ਉਹਨੂੰ, ਉਹਦੀ ਸਾਰੀ ਖੂਨ ਦੀ ਸਪਲਾਈ ਵਧਾ ਦੇਗੀ, ਉਹਦੇ ਨਿਊਟਰੀਐਂਟ ਦੀ ਸਪਲਾਈ ਵਧਾ ਦੇਗੀ, ਕੈਲਸ਼ੀਅਮ ਉੱਧਰ ਨੂੰ ਸੁੱਟੇਗੀ, ਤਾਂ ਕਿ ਹਰ ਚੀਜ਼ ਜਿਹੜੀ ਕੁਦਰਤ ਹੈ ਉਹਨੂੰ ਅਲੱਗ ਢੰਗ ਦੇ ਨਾਲ ਡੀਲ ਕਰਦੀ ਹੈ, ਕਿਉਂਕਿ ਉਹਨੂੰ ਫਿਰ ਸਪੈਸ਼ਲ VIP ਟਰੀਟਮੈਂਟ ਮਿਲਦੀ ਹੈ ਉਸ ਪਾਰਟ ਨੂੰ ਕੁਦਰਤ VIP ਬਣਾ ਦਿੰਦੀ ਹੈ ਫਿਰ, ਅਤੇ ਉਹਨੂੰ ਅਸੀਂ ਨਹੀਂ, ਜੇ ਤਾਂ ਅਸੀਂ ਹੁਣ ਕੁਦਰਤ ਦੀ ਭਾਸ਼ਾ ਸਮਝੀਏ, ਫਿਰ ਤਾਂ ਚਾਹੀਦਾ ਕੀ ਹੈ ਕਿ ਅਸੀਂ ਵੱਧ ਤੋਂ ਵੱਧ ਉਹਦੇ ਉੱਪਰ ਪੱਟੀ ਬੰਨੀਏ ਇਸ ਢੰਗ ਨਾਲ। ਇਹ ਪਹਿਲੀ ਗੱਲ ਤਾਂ ਪਹਿਲੀ ਕੁਦਰਤ ਦੀ ਭਾਸ਼ਾ ਕੀ ਹੈ, ਕੁਦਰਤ ਦੀ ਭਾਸ਼ਾ ਵਾਲੇ ਵੀ ਤਰੀਕੇ ਵਰਤਦੇ ਹਾਂ ਆਪਾਂ। ਹੁਣ ਐਸੀ ਗੱਲ ਨਹੀਂ ਕਿ ਸਾਰੀਆਂ ਗੱਲਾਂ ਗਲਤੀ ਕਰਦੇ ਹਾਂ। ਬਰਫ਼ ਦੀ ਪੱਟੀ ਕਰਦੇ ਹਾਂ ਆਪਾਂ, ਬਰਫ਼ ਦੀ ਪੱਟੀ ਕਰਕੇ ਫਿਰ ਆਪਾਂ ਕੀ ਕਰਦੇ ਹਾਂ, ਬਰਫ਼ ਦੀ ਪੱਟੀ ਜਿਹੜਾ ਖੂਨ ਨਿਕਲ ਰਿਹਾ ਹੁੰਦਾ, ਜਦੋਂ ਅਸੀਂ ਬਰਫ਼ ਦੀ ਪੱਟੀ ਕਰਦੇ ਹਾਂ ਤਾਂ ਖੂਨ ਨਿਕਲਣਾ ਘੱਟ ਜਾਂਦਾ। ਕਦੀ ਵੀ ਗਰਮ ਪੱਟੀ ਨਹੀਂ, ਗਰਮ ਸੇਕਾ ਨਹੀਂ ਦੇਣਾ ਚਾਹੀਦਾ ਤਾਜ਼ੀ ਸੱਟ 'ਤੇ ਜਦੋਂ ਸੇਕਾ ਦਿੰਦੇ ਹਾਂ ਅਸੀਂ, ਇਹ ਗਲਤੀ ਬਹੁਤ ਲੋਕ ਕਰਦੇ ਆ, ਜਾਂ ਮਲਣ ਲੱਗ ਜਾਂਦੇ, ਉਹਦੇ 'ਚ ਮਾਲਿਸ਼ ਕਰਨ ਲੱਗ ਜਾਂਦੇ। ਦੋਨੋਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਨਾ ਉਹ 'ਚ ਕੁਛ ਮਲਣਾ ਚਾਹੀਦਾ, ਨਾ ਉਹਦੇ 'ਚ ਸੇਕਾ ਦੇਣਾ ਚਾਹੀਦਾ। ਉਹਦੇ ਕੁਦਰਤ ਦੀ ਭਾਸ਼ਾ ਕੀ ਹੈ ਕਿ ਉਹ ਖੂਨ ਜਦ ਨਿਕਲ ਰਿਹਾ ਉੱਥੇ, ਉਹਨੂੰ ਖੂਨ ਨੂੰ ਆਪਾਂ ਥੋੜ੍ਹਾ ਘਟਾਈਏ। ਕਾਹਦੇ ਘਟਾਵਾਂਗੇ? ਇੱਕ ਤਾਂ ਉਹਨੂੰ ਹਿਲਾਈਏ ਜਲਾਈਏ ਨਾ, ਉਹਦੇ ਉੱਪਰ ਭਾਰ ਨਾ ਪਾਈਏ। ਦੂਜੀ ਗੱਲ ਉਹਦੇ ਬਰਫ਼ ਦੀ ਪੱਟੀ ਕਰੀਏ। ਤੀਜੀ ਗੱਲ ਅਸੀਂ ਕਰੀਏ ਕਿ ਉਹਦੇ ਉੱਪਰ ਕੋਈ ਕ੍ਰੇਪ ਬੈਂਡੇਜ ਟਾਈਪ, ਜਿਹੜੀ ਗਰਮ ਪੱਟੀ ਕਹਿੰਦੇ ਜਿਹਨੂੰ ਆਪਾਂ, ਜਿਹਦੇ ਨਾਲ ਤਾਂ ਕਿ ਕੱਸਦੀ ਹੈ, ਤਾਂ ਕਿ ਉੱਥੇ ਜਿਹੜਾ ਬਹੁਤ ਜ਼ਿਆਦਾ ਸੋਜਾ ਆ ਰਿਹਾ, ਥੋੜ੍ਹਾ ਜਿਹਾ ਅਸੀਂ ਹਿਲਜੁਲ 'ਚ ਘੱਟ ਜਾਵੇ ਅਤੇ ਸੋਜਾ ਘੱਟ ਜਾਵੇ। ਇਹ ਚੀਜ਼ਾਂ ਜਿਹੜੇ ਪੇਨ ਕਿਲਰ ਖਾਣੇ ਆ, ਮਸਲ ਰਿਲੈਕਸੈਂਟ ਖਾਣੇ ਆ, ਜਾਂ ਐਂਟੀ ਇਨਫਲੇਮੇਟਰੀ, ਤਿੰਨ ਕਿਸਮ ਦੀਆਂ ਦਵਾਈਆਂ ਜਿਹੜੀਆਂ ਦਿੰਦੇ ਆ ਔਰਥੋ ਵਾਲੇ, ਜਿਹੜੀਆਂ ਮੈਂ ਸਮਝਦਾ ਕਿ ਐਂਟੀ ਨੇਚਰ ਨੇ। ਦਰਦ ਨਿਵਾਰਕ, ਸੋਜਾ ਘਟਾਉਣ ਵਾਲੀਆਂ ਦਵਾਈਆਂ, ਅਤੇ ਤੀਜੀ ਮਸਲ ਰਿਲੈਕਸੈਂਟ, ਯਾਨੀ ਕਿ ਪੱਠਿਆਂ ਨੂੰ ਸਰੀਰ ਨੇ ਤਾਂ ਖਿੱਚਿਆ, ਇਸ ਕਰਕੇ ਖਿੱਚਿਆ ਕਿ ਉਹਨੂੰ ਹਿਲਾਉਣਾ, ਸਰੀਰ ਚਾਹੁੰਦਾ ਕਿ ਉਹ ਹਿੱਲੇ ਨਾ ਹਿੱਸਾ, ਤਾਂ ਕਿ ਰੈਸਟ 'ਚ ਰਹੇ। ਕਿਉਂਕਿ ਅਗਰ ਹਿੱਲੇਗਾ ਤਾਂ ਪਹਿਲਾਂ ਹੀ ਉਹ ਜਿਹੜੀ ਮਾਸ ਫਟ ਗਿਆ ਹੋਰ ਫਟ ਜਾਏਗਾ, ਜ਼ਿਆਦਾ ਫਟ ਜਾਏਗਾ। ਤਾਂ ਉਹ ਕੁਦਰਤ ਇਹ ਤਿੰਨੇ ਚੀਜ਼ਾਂ ਜਿਹੜੀਆਂ ਨਹੀਂ ਦੇਣੀਆਂ ਚਾਹੀਦੀਆਂ, ਨਾ ਪੇਨ ਕਿਲਰ ਦੇਣਾ ਚਾਹੀਦਾ, ਨਾ ਐਂਟੀ ਇਨਫਲੇਮੇਟਰੀ ਡਰੱਗਸ ਦੇਣੀਆਂ ਚਾਹੀਦੀਆਂ ਨੇ, ਅਤੇ ਨਾ ਮਸਲ ਰਿਲੈਕਸੈਂਟ ਦੇਣੇ ਚਾਹੀਦੇ ਆ। ਉਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਰਿਲੀਫ ਦੇਣਗੀਆਂ ਤੁਹਾਨੂੰ ਫਾਲਸ ਝੂਠਾ ਇੱਕ ਸਹਾਰਾ ਦੇ ਦੇਣਗੀਆਂ, ਕਿ ਉਹ ਝੂਠੇ ਸਹਾਰੇ ਦੇ ਵਿੱਚ ਤੁਸੀਂ ਕੀ ਕਰੋਗੇ, ਉਹਨੂੰ ਫਿਰ ਤੁਰਨਾ ਸ਼ੁਰੂ ਕਰ ਦੋਗੇ ਖਾ ਕੇ ਤੁਸੀਂ। ਕਿਉਂਕਿ ਅੱਜ ਕੱਲ੍ਹ ਜ਼ਿੰਦਗੀ ਇੱਦਾਂ ਦੀ ਹੈ, ਹਰ ਬੰਦੇ ਦੀ ਲਾਈਫ ਜਿਹੜੀ ਆ ਉਹ ਬਿਜ਼ੀ ਹੈ, ਤਾਂ ਹਰ ਬੰਦਾ ਚਾਹੁੰਦਾ ਕਿ ਮੈਂ ਇੱਕ ਦਿਨ ਵੀ ਘਰ ਨਾ ਬੈਠਾ, ਤਾਂ ਉਹ ਬੰਦਾ ਫਿਰ ਕੰਮ 'ਤੇ ਜਾਏਗਾ, ਹੋਰ ਜਾਏਗਾ, ਅਤੇ ਫਿਰ ਉਹਦਾ ਲੰਬਾ ਹੋ ਜਾਏਗੀ ਕੰਮ। ਜਦੋਂ ਤੁਸੀਂ ਜੇ ਕੁਦਰਤ ਦੀ ਭਾਸ਼ਾ ਨਾ ਵਰਤੀ, ਤਾਂ ਜਿਸ ਚੀਜ਼ ਨੇ ਤੁਹਾਡੇ ਨੇ ਹਫ਼ਤੇ 'ਚ ਬਿਲਕੁਲ ਠੀਕ ਹੋ ਜਾਣਾ ਸੀਗਾ, ਉਹ ਤੁਹਾਡੀ ਕਈ ਮਹੀਨੇ ਲੈ ਜਾਏਗੀ, ਫਿਰ ਥੋੜੀ ਦਰਦ ਜੀ, ਚੁਭਣ ਜੀ, ਰੜਕ ਜੀ ਰਹੀ ਜਾਊਗੀ ਕਈ ਚਿਰ। ਉਹ ਜਿਹੜੇ ਇਸੇ ਕਰਕੇ ਰਹਿੰਦੀ ਹੈ ਕਿ ਅਸੀਂ ਕੁਦਰਤ ਦੇ ਤਰੀਕਿਆਂ ਦਾ ਵਿਰੋਧ ਕਰਦੇ ਹਾਂ। ਸੋ ਉਹਦੇ 'ਚ ਸੱਟ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਸੀ, ਸੇਕਾ ਨਹੀਂ ਦੇਣਾ, ਮਾਲਿਸ਼ ਨਹੀਂ ਕਰਨੀ, ਔਰ ਨਾ ਪੇਨ ਕਿਲਰ ਖਾਣਾ, ਨਾ ਮਸਲ ਰਿਲੈਕਸੈਂਟ ਖਾਣਾ, ਅਤੇ ਨਾ ਐਂਟੀ ਇਨਫਲੇਮੇਟਰੀ ਡਰੱਗਸ ਖਾਣੀਆਂ ਨੇ। ਠੰਡੀ ਪੱਟੀ ਦਾ ਸੇਕਾ ਦੇਣਾ, ਕਿਉਂਕਿ ਉਹ ਕੁਦਰਤ ਦੇ ਨਾਲ ਮੇਲ ਖਾਂਦਾ। ਠੰਡੀ ਪੱਟੀ ਦਾ ਸੇਕਾ ਦੇਣਾ, ਉਹਨੂੰ ਆਰਾਮ ਕਰਨਾ ਹੈ, ਉਸ ਪਾਰਟ ਦੇ ਉੱਪਰ ਉਹ ਨਹੀਂ ਪਾਉਣਾ, ਅਤੇ ਵੱਧ ਤੋਂ ਵੱਧ ਉਹਦੇ 'ਤੇ ਕੋਈ ਪੋਲੀ ਹਲਕੀ ਪੱਟੀ ਬੰਨ੍ਹ ਸਕਦੇ ਆਪਾਂ। ਜੇ ਟੁੱਟ ਗਈ ਹੈ ਲੱਤ ਕਿਤੇ, ਤਾਂ ਉਦੋਂ ਆਪਾਂ ਕਿਸੇ ਤਰੀਕੇ ਦਾ ਸਪਲਿੰਟ ਦੇ ਸਕਦੇ ਹਾਂ, ਤਾਂ ਕਿ ਉਹ ਹੱਡੀ ਹਿੱਲ ਕੇ ਹੋਰ ਜ਼ਿਆਦਾ ਉੱਥੇ ਖੂਨ ਨਾ ਨਿਕਲੇ। ਸੋ ਇਹ ਸਾਨੂੰ ਮਤਲਬ ਦੋ ਚੀਜ਼ਾਂ 'ਚ ਫਰਕ ਕਰਨਾ ਚਾਹੀਦਾ, ਵੀ ਕਿਹੜੀ ਚੀਜ਼ ਕੁਦਰਤ ਦੇ ਮੈਕੈਨਿਜ਼ਮ 'ਚ ਦਖਲਅੰਦਾਜ਼ੀ ਨਹੀਂ ਕਰ ਰਹੀ, ਅਤੇ ਕਿਹੜੀ ਦਖਲਅੰਦਾਜ਼ੀ ਕਰ ਰਹੀ ਹੈ।
ਜਿਹੜੀ ਦਖਲਅੰਦਾਜ਼ੀ ਕਰ ਰਹੀ ਹੈ ਉਸ ਚੀਜ਼ ਨੂੰ ਘੱਟ ਤੋਂ ਘੱਟ ਵਰਤੋ। ਪੇਨ ਕਿਲਰ ਅਗਰ ਬਹੁਤ ਜ਼ਿਆਦਾ ਪੇਨ ਹੈ ਤਾਂ ਪੇਨ ਕਿਲਰ ਵੀ ਇਹੋ ਜਿਹੇ ਖਾਓ, ਇਹੋ ਜਿਹੇ ਪੇਨ ਕਿਲਰ ਹੈਗੇ ਆ ਜਿਹੜੇ ਇਕੱਲੇ ਪੇਨ ਕਿਲਰ ਨੇ, ਉਹ ਇਨਫਲੇਮੇਸ਼ਨ ਨੂੰ ਕੁਛ ਨਹੀਂ ਕਹਿੰਦੇ। ਸਾਡੇ ਉਹ ਸਾਡੇ ਜਿਹੜੇ ਪੁਰਾਣੇ ਉਹ ਸੀਗੇ, ਜਿਸ ਤਰ੍ਹਾਂ ਓਪੀਅਮ ਖਾ ਲੈਂਦੇ ਸੀ ਲੋਕ, ਫੀਮ ਖਾ ਲੈਂਦੇ ਸੀ, ਭੁੱਕੀ ਖਾ ਲੈਂਦੇ ਸੀ, ਉਹ ਬੜੇ ਨੇਚਰਲ ਨੇ ਕਿ ਉਹਦੇ 'ਚ ਕੀ ਹੈ ਕਿ ਦਰਦ ਹਟ ਗਈ, ਲੇਕਿਨ ਉਹਦਾ ਨੇਚਰ ਦਾ ਮੈਕੈਨਿਜ਼ਮ ਹੈ ਉਹ ਬਹੁਤਾ ਡਿਸਟਰਬ ਨਹੀਂ ਹੋਇਆ। ਹੋ ਸਕਦਾ ਤੇਜ਼ ਹੋ ਜਾਂਦੀ ਹੋਵੇ, ਉਹਦੇ ਬਾਰੇ ਨਹੀਂ ਕਿਹਾ ਜਾ ਸਕਦਾ, ਲੇਕਿਨ ਇੱਕ ਗੱਲ ਪੱਕੀ ਹੈ ਕਿ ਉਹਦੇ 'ਚ ਜਿਹੜਾ ਕੁਦਰਤ ਦਾ ਮੈਕੈਨਿਜ਼ਮ ਉਹਨੂੰ ਹੀਲ ਕਰਨ ਵਾਲਾ, ਉਹਦੇ 'ਚ ਇੰਟਰਫੀਰੈਂਸ ਨਹੀਂ ਹੁੰਦੀ, ਕਿਉਂਕਿ ਕੁਦਰਤੀ ਨੇ ਉਹ ਤਰੀਕੇ। ਸੋ ਜਿਹੜੇ ਆਪਾਂ ਜਿਹੜੀ ਗੋਲੀਆਂ ਨੇ ਪੇਨ ਕਿਲਰ, ਐਂਟੀ ਇਨਫਲੇਮੇਟਰੀ ਤੇ ਮਸਲ ਰਿਲੈਕਸੈਂਟ, ਇਹ ਖਰਾਬ ਕਰਦੀਆਂ ਨੇ। ਸੋ ਇਹ ਇੱਦਾਂ ਦੀ ਮਤਲਬ ਦੋ 'ਚ ਡਿਫਰੈਂਸ਼ੀਏਟ ਕਰ ਲਈ, ਨੈਚੁਰਲ ਤਰੀਕਾ ਤੇ ਅਨਨੈਚੁਰਲ, ਐਂਟੀ ਨੇਚਰ, ਤਾਂ ਦੋਨਾਂ ਨੂੰ ਸੋਚ ਕੇ ਖਾਣਾ ਚਾਹੀਦਾ। ਹੁਣ ਆਈਏ ਆਪਾਂ, ਜੇ ਆਪਣਾ ਸਰੀਰ ਦੇ ਕੋਈ ਹਿੱਸਾ ਜਲ ਜਾਂਦਾ ਤਾਂ ਤੇ ਉਦੋਂ ਕੁਦਰਤ ਕੀ ਕਰਦੀ ਹੈ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ? ਹਾਂ, ਉਹ ਬਿਲਕੁਲ ਉੱਦਾਂ ਹੀ ਹੈ, ਜਿੱਦਾਂ ਜਲ ਗਿਆ ਹਿੱਸਾ ਤੇ ਇੱਕਦਮ ਛਾਲਾ ਬਣੇਗਾ, ਛਾਲਾ ਬਣ ਜਾਏਗਾ। ਉਹ ਛਾਲਾ ਇਸ ਕਰਕੇ ਬਣ ਜਾਂਦਾ ਕਿ ਉਹ ਜਿਹੜੀ ਚਮੜੀ ਹੈ ਉਹਨੂੰ ਕੁਦਰਤ ਨੇ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਉਹ 'ਚ ਐਸਾ ਪਾਣੀ ਲਿਆਏਗੀ ਕੁਦਰਤ, ਉੱਥੇ ਭਰੇਗੀ ਤਾਂ ਕਿ ਉਹਨੂੰ ਹੀਲ ਕਰਨਾ ਉਹਦੇ ਰਾਹੀਂ। ਨਹੀਂ, ਹੀਲ ਕਰ ਸਾਰੇ ਉਹਦੇ ਜਿਹੜੇ ਮੈਕੈਨਿਜ਼ਮ ਨੇ ਉਹਦੇ ਵਿੱਚੋਂ, ਉਹ ਉਹਦੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹ ਤਾਂ ਪਾਣੀ 'ਚ ਹੀ ਆਉਣਗੀਆਂ ਨਾ, ਕਿਉਂਕਿ ਇਹ ਜਿਹੜੀ ਸਪਲਾਈ ਲਾਈਨ ਹੈ ਉਹ ਖੂਨ ਦੇ ਥਰੂ ਆਉਣੀ ਹੈ ਤੇ ਖੂਨ 'ਚੋਂ ਅੱਗੇ ਲਿਕੁਇਡ ਰਾਹੀਂ ਆਉਣੀ ਹੈ। ਜਿਹੜਾ ਖੂਨ ਦਾ ਹਿੱਸਾ ਹੀ ਹੈ ਉਹ ਜਿਹੜਾ ਪਾਣੀ ਭਰਦਾ, ਉਹ ਖੂਨ ਦਾ ਹੀ ਪਾਰਟ ਹੈ, ਉਹ 'ਚ ਸੈੱਲ ਨਹੀਂ ਹੈਗੇ, ਇਕੱਲਾ ਪਾਣੀ ਵਾਲਾ ਪਾਰਟ ਹੈ। ਉਹ ਜਿਹੜਾ ਪਾਣੀ ਵਾਲਾ ਪਾਰਟ ਹੈ ਉਹ ਕੁਦਰਤ ਨੇ ਉੱਥੇ ਦਿੱਤਾ ਤਾਂ ਕਿ ਉਹ ਜਿਹੜੀ ਚੀਜ਼ਾਂ ਉੱਤੇ ਉਹਨੂੰ ਹੀਲ ਕਰਨ ਲਈ ਚਾਹੀਦੀਆਂ ਨੇ, ਉਹਦੇ ਪਾਣੀ ਰਾਹੀਂ ਉੱਥੇ ਆ ਗਈਆਂ। ਉਹ ਖੂਨ ਪਾਣੀ ਨੂੰ ਦੇਊਗਾ ਅਤੇ ਪਾਣੀ ਅੱਗੇ ਕਰੇਗਾ। ਹੁਣ ਅਸੀਂ ਕੀ ਗਲਤੀ ਕਰਦੇ ਹਾਂ? ਪਹਿਲੀ ਗੱਲ ਤਾਂ ਛਾਲਾ ਫੋੜ ਦਿੰਦੇ ਹਾਂ। ਛਾਲਾ ਫੋੜਨਾ ਨਹੀਂ ਚਾਹੀਦਾ। ਛਾਲਾ ਕਿਉਂ ਫੋੜੋ? ਉਹਦੇ 'ਤੇ ਵੀ ਬਰਫ਼ ਲਾਉਣੀ ਹੈ। ਸਭ ਤੋਂ ਪਹਿਲਾ ਕੰਮ ਕੀ ਕਰਨਾ? ਬਰਫ਼ ਵਾਲੀ ਠੰਡੀ ਪੱਟੀ ਕਰਨੀ ਹੈ, ਠੰਡੀ ਪੱਟੀ। ਕਿਉਂਕਿ ਠੰਡੀ ਪੱਟੀ ਕਰਨ ਨਾਲ ਉਹੀ ਹੋਏਗਾ ਕਿ ਬਹੁਤ ਜ਼ਿਆਦਾ ਜਿਹੜਾ ਖੂਨ ਨਿਕਲ ਰਿਹਾ, ਜੇ ਮੰਨ ਲਓ ਉੱਥੇ ਖੂਨ ਨਿਕਲ ਰਿਹਾ ਜਲਣ ਕਰਕੇ, ਤਾਂ ਖੂਨ ਘਟ ਜਾਏਗਾ ਥੋੜ੍ਹਾ ਜਿਹਾ, ਤਾਂ ਲੇਕਿਨ ਜਿਹੜਾ ਉਹਦੇ 'ਚ ਕੋਈ ਇੰਟਰਫੀਰੈਂਸ ਨਹੀਂ ਹੋਏਗੀ ਉਹਦੀ ਹੀਲਿੰਗ ਪ੍ਰੋਸੈਸ 'ਚ। ਛਾਲਾ ਫੋੜਨਾ ਨਹੀਂ ਹੈ, ਸੇਕਾ ਨਹੀਂ ਦੇਣਾ, ਕੋਈ ਮਲਣਾ ਕੁਛ ਨਹੀਂ, ਦਵਾਈ ਲਾਉਣ ਦੀ ਉੱਥੇ ਲੋੜ ਨਹੀਂ ਹੈ। ਜੇ ਛਾਲਾ ਬਣ ਗਿਆ ਤਾਂ ਦਵਾਈ ਲਾਉਣ ਦੀ ਲੋੜ ਨਹੀਂ ਹੈ। ਜੇ ਦਵਾਈ ਤਾਂ ਹੀ ਲਾਉਣੀ ਹੈ ਥੋੜ੍ਹਾ ਜਿਹਾ ਲੇਟ, ਥੋੜ੍ਹਾ ਜਿਹਾ ਰੁਕ ਕੇ, ਜੇ ਉਹਦੇ 'ਚ ਬਿਲਕੁਲ ਡੂੰਘਾ ਜ਼ਖਮ ਬਣ ਗਿਆ ਤਾਂ ਫਿਰ ਪੱਟੀ ਵੀ ਕਰਨੀ ਪਏਗੀ। ਆਫ ਕੋਰਸ ਪੱਟੀ ਵੀ ਆਪਾਂ ਨੂੰ ਉੱਦਾਂ ਦੀ ਕਰਨੀ ਚਾਹੀਦੀ ਹੈ ਜਿਹੜੀ ਕਿ ਨੈਚੁਰਲ ਹੋਵੇ, ਅਤੇ ਉਹਦੇ 'ਚ ਨੈਚੁਰਲ ਪੱਟੀਆਂ ਅਸੀਂ ਕਰਦੇ ਹਾਂ। ਨੈਚੁਰੋਪੈਥੀ ਦੇ ਅੰਦਰ ਪੱਟੀਆਂ ਹੈਗੀਆਂ ਨੇ ਜਿਹੜੀਆਂ ਪਲਾਂਟ ਜੂਸਿਸ ਤੋਂ ਬਣਦੀਆਂ ਨੇ ਜਾਂ ਪਲਾਂਟਸ ਤੋਂ ਬਣਦੀਆਂ, ਜਿਵੇਂ ਹਲਦੀ ਦੀ ਪੱਟੀ ਕਰਦੇ ਸੀਗੇ, ਹਲਦੀ ਐਲੋਵੇਰਾ ਦੀ ਪੱਟੀ ਕਰਦੇ ਸੀਗੇ, ਚਾਹ ਪੱਤੀ ਦਾ ਪਾਣੀ ਪਾਉਂਦੇ ਸੀਗੇ, ਹਲਦੀ ਅਤੇ ਜਿਹੜੀ ਨਿੰਮ ਦਾ ਪਾਣੀ ਪਾਉਂਦੇ ਸੀ। ਤਾਂ ਉਹ ਕੁਦਰਤੀ ਤਰੀਕੇ ਹੈਗੇ ਉਹਦੇ ਜਲੇ ਨੂੰ ਵੀ ਕਰਨ ਦੇ। ਤਾਂ ਬਾਅਦ 'ਚ ਆਫਕੋਰਸ ਜੇ ਉਹਦੇ ਅੰਦਰ ਲੰਬਾ ਜ਼ਿਆਦਾ ਛਾਲਾ ਹੈਗਾ ਤਾਂ ਉਹਦੇ ਅੰਦਰ ਕੁਝ ਦਵਾਈਆਂ ਵੀ ਹੈਗੀਆਂ ਨੇ, ਹਰਬਲ ਵੀ ਹੈਗੀਆਂ ਨੇ, ਐਲੋਪੈਥਿਕ ਵੀ ਹੈਗੀਆਂ ਨੇ। ਲੇਕਿਨ ਉਹ ਜਿਹੜੀ ਮੇਨ ਗੱਲ ਹੈ ਕਿ ਛਾਲਾ ਫੋੜ ਦਿੰਦੇ ਲੋਕ, ਜਿਹੜਾ ਉਹ ਗਲਤ ਹੈ, ਐਂਟੀ ਨੇਚਰ ਹੋ ਗਿਆ। ਦੂਜੀ ਗੱਲ, ਉਹਦੇ ਉੱਪਰ ਕੋਈ ਗਰਮ ਚੀਜ਼ ਨਹੀਂ ਪਾਉਣੀ ਚਾਹੀਦੀ। ਅਤੇ ਤੀਜੀ ਗੱਲ, ਉਹ 'ਚ ਵੀ ਪੇਨ ਕਿਲਰ ਜਿਹੜੇ ਨੇ ਉਹਨੇ ਘੱਟੋ ਘੱਟ ਖਾਣੇ ਚਾਹੀਦੇ ਆ। ਪੇਨ ਕਿਲਰ ਘੱਟ ਤੋਂ ਘੱਟ ਖਾਓ, ਕਿਉਂਕਿ ਪੇਨ ਦੇ ਰਾਹੀਂ, ਪੇਨ ਬਹੁਤ ਹੀ ਸੁੰਦਰ ਮੈਕੈਨਿਜ਼ਮ ਹੈ। ਜਿੰਨੀਆਂ ਵੀ ਲਾਮਤਾਂ ਨੇ, ਚਾਹੇ ਉਹ ਦਰਦ ਹੈ, ਚਾਹੇ ਉਹ ਬੁਖਾਰ ਹੈ, ਚਾਹੇ ਉਹ ਛਿੱਕਾਂ ਨੇ, ਚਾਹੇ ਉਹ ਖਾਂਸੀ ਹੈ, ਠੀਕ ਹੈ, ਚਾਹੇ ਉਹ ਨੱਕ ਵਗਦਾ ਹੈ। ਉਦਾਹਰਨ ਦੇ ਤੌਰ 'ਤੇ ਨੱਕ ਵਗਦਾ ਜੇ ਆਮ ਕਾਮਨ ਬਿਮਾਰੀ ਹੈ ਕਿ ਆਪਾਂ ਨਹੀਂ ਆਮ ਜਿਹੜੀ ਕਾਮਨ ਬਿਮਾਰੀ ਹੈ ਜ਼ੁਕਾਮ ਲੱਗਣਾ। ਹੁਣ ਜ਼ੁਕਾਮ ਲੱਗਣ ਦੀ ਜਿਹੜੀ ਕਰੋਨਾ ਨੇ ਜ਼ੁਕਾਮ ਦੇ ਸਿੰਪਟਮ ਨੇ, ਉਹਨਾਂ ਨੂੰ ਇੰਨੇ ਜ਼ਿਆਦਾ ਲੋਕਾਂ ਨੂੰ ਨਫ਼ਰਤ ਕਰਾਤੀ ਹੈ ਕਿ ਲੋਕ ਛਿੱਕ ਮਾਰਨ ਲੱਗਿਆ ਵੀ ਡਰਦੇ ਆ। ਹਾਂ, ਹੁਣ ਹਾਲਾਂਕਿ ਛਿੱਕ, ਖਾਂਸੀ ਔਰ ਨੱਕ ਵਗਣਾ ਜਿਹੜੇ ਤਿੰਨ ਦੇ ਫੀਚਰ ਨੇ, ਬਹੁਤ ਹੀ ਸੁੰਦਰ ਫੀਚਰ ਨੇ ਉਹ, ਔਰ ਤਿੰਨੋਂ ਜਿਹੜੇ ਨੇ ਹੀਲ ਕਰਦੇ ਆ, ਸਾਨੂੰ ਰਾਜ਼ੀ ਕਰਨ 'ਚ ਮਦਦ ਕਰਦੇ ਆ। ਜਿਹੜੀ ਛੋਟੀ ਮੋਟੀ ਜ਼ੁਕਾਮ ਲੱਗਣਾ ਜਿਹੜਾ ਹੈ, ਇੰਨਾ ਬਿਊਟੀਫੁਲ ਤਰੀਕਾ ਹੈ ਕਿ ਤੁਹਾਡੇ ਫੇਫੜਿਆਂ ਨੂੰ ਬਚਾਉਣ ਲਈ ਕੁਦਰਤ ਇਹ ਤਿੰਨੇ ਚੀਜ਼ਾਂ ਕਰਦੀ ਹੈ। ਤੁਹਾਨੂੰ ਛਿੱਕਾਂ ਲਾਉਂਦੀ ਹੈ, ਤੁਹਾਨੂੰ ਖਾਂਸੀ ਲਾਉਂਦੀ ਹੈ, ਅਤੇ ਤੁਹਾਡੇ ਨੱਕ ਨੂੰ ਪਾਣੀ ਕੱਢਦੀ ਹੈ। ਉਹਦੇ ਨਾਲ ਤੁਹਾਡਾ ਕੀ ਹੁੰਦਾ ਕਿ ਤੁਹਾਡੇ ਫੇਫੜੇ ਬਚ ਜਾਂਦੇ ਆ। ਜੇ ਉਹ ਨਾ ਹੋਣ ਤਾਂ ਸਿੱਧਾ ਫੇਫੜੇ ਖਰਾਬ ਹੋਣਗੇ। ਸੋ ਇਸ ਕਰਕੇ ਇਹ ਜਿਹੜੇ ਜ਼ੁਕਾਮ ਦੇ ਫੀਚਰ ਨੇ, ਇਹਨਾਂ ਤੋਂ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ। ਇਹਨਾਂ ਨੂੰ ਜੀ ਆਇਆਂ ਕਹਿਣਾ ਚਾਹੀਦਾ, ਔਰ ਰੋਕਣਾ ਨਹੀਂ ਚਾਹੀਦਾ ਕਦੇ ਵੀ ਇਹਨਾਂ ਨੂੰ। ਬਿਲਕੁਲ ਖਾਂਸੀ ਨੂੰ ਨਹੀਂ ਰੋਕਣਾ ਚਾਹੀਦਾ। ਖਾਂਸੀ ਨੂੰ ਬਾਹਰ ਕੱਢਣ ਦੀਆਂ ਕੁਝ ਦਵਾਈਆਂ ਹੈਗੀਆਂ ਨੇ, ਉਹ ਥੋੜ੍ਹੀ ਬਹੁਤੀ ਹਲਕੀਆਂ ਫੁਲਕੀਆਂ ਵਰਤੀਆਂ ਜਾ ਸਕਦੀਆਂ ਨੇ, ਲੇਕਿਨ ਖਾਂਸੀ ਨੂੰ ਦਬਾਉਣਾ ਜਿਹੜਾ ਇਹ ਬਿਲਕੁਲ ਵੀ ਡਿਜ਼ਾਇਰੇਬਲ ਨਹੀਂ ਹੈ। ਖਾਂਸੀ ਹੁੰਦੀ ਕਿਉਂ? ਖਾਂਸੀ 'ਚ ਕੁਦਰਤ ਤੁਹਾਨੂੰ ਕੋਈ ਚੀਜ਼ ਤੁਹਾਡੇ ਫੇਫੜਿਆਂ 'ਚੋਂ ਬਾਹਰ ਨੂੰ ਕੱਢਦੀ ਹੈ। ਤੁਸੀਂ ਕਦੀ ਦੇਖਿਆ ਹੋਣਾ ਕਿ ਸਵੇਰੇ
ਜਦੋਂ ਸਾਡੀ ਪੂਰੀ ਊਰਜਾ ਐਂਡ ਕਲਾਈਮੈਕਸ 'ਤੇ ਹੁੰਦੀ ਹੈ। ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤਾਂ ਤੁਹਾਡਾ ਸਰੀਰ ਪੂਰਾ ਰੈਸਟ ਕਰਕੇ ਇੱਕ ਨਵੀਂ ਸ਼ਕਲ 'ਚ ਆਇਆ ਹੁੰਦਾ। ਹਰ ਰੋਜ਼ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਤਾਂ ਸਾਡਾ ਸਰੀਰ ਨਵਾਂ ਸਰੀਰ ਹੁੰਦਾ, ਕਿਉਂਕਿ ਉਹ ਰੈਸਟ ਦੇ ਦੌਰਾਨ ਉਹਦਾ ਸਾਰਾ ਜਿਹੜਾ ਅੰਦਰਲਾ ਟੁੱਟ ਭੱਜ ਸੀਗੀ, ਉਹਦੇ ਅੰਦਰ ਜਿਹੜਾ ਰਿਪੇਅਰ ਵਰਕ ਚਾਹੀਦਾ ਸੀਗਾ, ਉਹਦੇ ਅੰਦਰ ਕੋਈ ਡੀਟੌਕਸੀਫਿਕੇਸ਼ਨ ਚਾਹੀਦੀ ਸੀਗੀ, ਉਹ ਤੁਹਾਡੀ ਨੀਂਦ 'ਚ ਹੁੰਦੀ ਹੈ। ਕੁਦਰਤ ਨੇ, ਪਰਮਾਤਮਾ ਨੇ ਐਸੀ ਸੈਟਿੰਗ ਕੀਤੀ ਹੋਈ ਹੈ ਕਿ ਜਿਹੜਾ ਤੁਸੀਂ ਸੋ ਜਾਂਦੇ ਹੋ, ਤੁਸੀਂ ਆਪਣੇ ਆਪ ਨੂੰ ਮਾਈਨਸ ਕਰ ਲੈਂਦੇ ਹੋ ਉਹਦੇ 'ਚੋਂ, ਤਾਂ ਕੁਦਰਤ ਆਪਣਾ ਕੰਮ ਕਈ ਗੁਣਾ ਸਪੀਡ 'ਤੇ ਕਰਦੀ ਹੈ, ਜਿਹੜੀ ਉਹ ਦਿਨ 'ਚ ਨਹੀਂ ਕਰ ਸਕਦੀ, ਕਿਉਂਕਿ ਤੁਹਾਡਾ ਹੋਰ ਪਾਸੇ ਸਾਰੀ ਊਰਜਾ ਹੋਰ ਪਾਸੇ ਲੱਗੀ ਹੋਈ ਹੈ। ਰਾਤ ਨੂੰ ਤੁਹਾਡੀ ਊਰਜਾ ਨੂੰ ਕੱਟ ਆਫ ਕਰ ਦਿੰਦੀ ਆ, ਮਾਈਂਡ ਦੀ ਊਰਜਾ ਨੂੰ। ਜਦੋਂ ਤੁਹਾਨੂੰ ਤੁਸੀਂ ਇੱਕ ਕਿਸਮ ਦੇ ਮੁਰਦਾ ਹੋ, ਤੁਹਾਡਾ ਮਨ ਜਿਹੜਾ ਬਿਲਕੁਲ ਡਿਸਟਰਬ ਨਹੀਂ ਹੈ, ਇੱਧਰ ਉੱਧਰ ਨਹੀਂ ਹੈ, ਤਾਂ ਫਿਰ ਤੁਸੀਂ ਜਦੋਂ ਉਹਦੇ ਜਿਹੜੀ ਊਰਜਾ ਹੁੰਦੀ ਸਾਰੀ ਕਿੱਧਰ ਲੱਗ ਜਾਂਦੀ ਹੈ, ਤੁਹਾਡੇ ਅੰਦਰ ਬਹੁਤ ਸਾਰੇ ਜ਼ਹਿਰ ਗਏ, ਉਹਨੂੰ ਬਾਹਰ ਕੱਢਣ 'ਚ ਲੱਗ ਜਾਂਦੀ ਹੈ। ਤੁਹਾਡੇ ਅੰਦਰ ਭੱਜ ਤੋੜ ਹੋਈ ਜਿਹੜੀ ਦਿਨ 'ਚ ਮਾਰਾਮਾਰੀ 'ਚੋਂ, ਉਹਨੂੰ ਠੀਕ ਕਰਦੀ ਹੈ। ਤਾਂ ਸਵੇਰੇ ਆਪਾਂ ਉੱਠਦੇ ਹਾਂ ਤਾਂ ਸਵੇਰੇ ਤੁਸੀਂ ਜਦੋਂ ਕੁਰਲਾ ਕਰਦੇ ਹੋ, ਤੁਸੀਂ ਬਹੁਤ ਵਾਰੀ ਨੋਟ ਕੀਤਾ ਹੋਣਾ ਕਿ ਬਹੁਤ ਜ਼ੋਰ ਦੀ ਖਾਂਸੀ ਆਉਂਦੀ ਹੈ ਔ ਕਰਕੇ। ਅੱਜ ਕੱਲ੍ਹ ਥੋੜ੍ਹਾ ਜਿਹਾ ਲੋਕ ਘਟ ਗਏ ਆ, ਕਿਉਂਕਿ ਬਹੁਤੇ ਲੋਕ ਅੰਗਰੇਜ਼ ਹੋ ਗਏ ਆ। ਪੁਰਾਣੇ ਜ਼ਮਾਨੇ 'ਚ ਲੋਕ ਕੀ ਕਰਦੇ ਹੁੰਦੇ ਸੀ, ਜੋ ਦਾਤਨ ਕਰਦੇ ਹੁੰਦੇ ਸੀਗੇ ਸਵੇਰੇ, ਪਹਿਲਾ ਕੰਮ ਹੀ ਕਰਦੇ ਹੁੰਦੇ ਸੀ, ਉੱਠਣ ਸਾਰ ਦਾਤਨ ਰੱਖਿਆ ਹੁੰਦਾ ਸੀਗਾ। ਦਾਤਨ ਕਰਕੇ ਚੰਗੀ ਤਰ੍ਹਾਂ ਦਾਤਨ ਹੁੰਦਾ ਤੇ ਫਿਰ ਕੇ ਲਾਸਟ ਦੇ ਵਿੱਚ ਫਿਰ ਉਹ ਗਲ 'ਚ ਮਾਰਦੇ ਹੁੰਦੇ ਸੀ ਦਾਤਨ। ਮੈਨੂੰ ਅੱਜ ਵੀ ਯਾਦ ਹੈ, ਗਲ 'ਚ ਮਾਰਦੇ ਹੁੰਦੇ ਸੀਗੇ। ਗਲ 'ਚ ਮਾਰਨਾ ਦਾਤਨ ਵੀ ਵਧੀਆ ਮੰਨਿਆ ਜਾਂਦਾ ਸੀ। ਜਦੋਂ ਸੌਫਟ ਜਿਹਾ ਜਾਂਦਾ ਸੀ ਨਾ, ਬਿਲਕੁਲ ਨਰਮ ਜਿਹਾ, ਤਾਂ ਉਹਨੂੰ ਗਲ 'ਚ ਮਾਰਦੇ ਹੁੰਦੇ ਸੀਗੇ। ਤਾਂ ਗਲ 'ਚ ਮਾਰਨ ਨਾਲ ਕੀ ਹੁੰਦਾ ਸੀ ਕਿ ਜ਼ੋਰ ਦੀ ਖਾਂਸੀ ਆਉਂਦੀ ਸੀਗੀ, ਅਤੇ ਜ਼ੋਰ ਦੀ ਖਾਂਸੀ ਆ ਕੇ ਜਿਹੜਾ ਅੰਦਰ ਜੰਮਿਆ ਹੋਇਆ ਸੀ, ਜਿਹੜਾ ਰੂਟੀਨ 'ਚ ਨਹੀਂ ਨਿਕਲਦਾ, ਉਹ ਵੀ ਨਿਕਲ ਜਾਂਦਾ ਸੀਗਾ। ਜਦੋਂ ਤੁਸੀਂ ਖੰਘਦੇ ਸੀ ਤਾਂ ਤੁਹਾਡੇ ਮਤਲਬ ਬਲਗਮ ਨਿਕਲਦੀ ਸੀ, ਕਾਲਾ ਕਾਲਾ ਨਿਕਲਦਾ ਸੀਗਾ, ਕੋਈ ਈਵਨ ਨਿੱਕੀਆਂ ਨਿੱਕੀਆਂ ਦਾਣੇ ਜੇ ਢਿੱਲੀਆਂ ਜੀਆਂ ਜਿਹੜੀਆਂ ਕੋਈ ਦਿਨ 'ਚ ਕੋਈ ਤੁਸੀਂ ਧੂੰਆਂ 'ਚ ਗਏ ਹੋ, ਕੋਈ ਕਿਸੇ ਕੋਲੇ ਵਾਲੀ ਚੀਜ਼, ਉਦੋਂ ਕੋਲੇ ਦੇ ਧੂੰਆਂ ਬਹੁਤ ਹੁੰਦਾ ਸੀ, ਕੋਲੇ ਦੀ ਜਾਂ ਲੱਕੜ ਦੀ ਧੂੰਆਂ ਕੋਲ ਤੁਸੀਂ ਬਹੁਤ ਬੈਠਦੇ ਸੀਗੇ, ਤੁਹਾਡੇ ਅੰਦਰੋਂ ਕਾਲਾ ਕਾਲਾ ਸੀ। ਤਾਂ ਇਹ ਸਾਰੀ ਖਾਂਸੀ ਕਾਹਦੇ ਵਾਸਤੇ ਬਣੀ ਹੈ? ਸਾਡੇ ਲੰਗਸ ਨੂੰ ਕਲੀਨ ਕਰਨ ਵਾਸਤੇ, ਸਾਡੇ ਲੰਗਸ ਨੂੰ, ਸਾਡੇ ਸਿਸਟਮ ਨੂੰ, ਪੂਰੇ ਨੂੰ, ਰੈਸਪੀਰੇਟਰੀ ਸਿਸਟਮ ਨੂੰ ਸਾਫ਼ ਸੁਥਰਾ ਕਰਨ ਲਈ। ਤਾਂ ਉਹ ਜਿਹੜਾ ਖਾਂਸੀ ਹੈ ਬਹੁਤ ਹੀ ਸੁੰਦਰ ਇੱਕ ਸਾਡਾ ਸਿੰਪਟਮ ਹੈ। ਇਸੇ ਤਰ੍ਹਾਂ ਛਿੱਕਾਂ ਨੇ, ਛਿੱਕ ਦੇਖੋ ਕਿੱਡੀ ਪਿਆਰੀ ਚੀਜ਼ ਆ ਕਿ ਪਹਿਲਾਂ ਤੁਸੀਂ ਛਿੱਕ ਆਉਂਦੀ ਹੈ ਤਾਂ ਕੁਦਰਤ ਪਹਿਲਾਂ ਇੱਥੇ ਖੁਜਲੀ ਜੀ ਕਰਦੀ ਹੈ, ਆਪਣੇ ਆਪ ਹੀ ਹੁੰਦੀ ਖੁਜਲੀ, ਪਰ ਜ਼ੋਰ ਦੀ ਤੁਸੀਂ ਛਿੱਕ ਮਾਰਦੇ ਹੋ ਤਾਂ ਤੁਰ ਅੰਦਰ ਤੋਂ ਸਾਰਾ ਜੋ ਕੁਛ ਹੈ ਸਾਡਾ ਤੁਹਾਡਾ ਬਾਹਰ ਆ ਜਾਂਦਾ। ਤਾਂ ਉਹ ਬਹੁਤ ਕਲੀਨਜ਼ਿੰਗ ਮੈਕੈਨਿਜ਼ਮ ਹੈ। ਸੋ ਇਸੇ ਤਰ੍ਹਾਂ ਜਿਹੜਾ ਪਾਣੀ ਵਗਦਾ, ਬਲਗਮ ਆਉਂਦੀ ਹੈ, ਤਾਂ ਸਾਰਾ ਕਿਤੇ ਨਾ ਕਿਤੇ ਇਹ ਸਿਸਟਮ ਜਿਹੜਾ ਬਹੁਤ ਸੁੰਦਰ ਸਿਸਟਮ ਹੈ ਕੁਦਰਤ ਦਾ। ਔਰ ਅਸੀਂ ਕਿੰਨੇ ਬੇਵਕੂਫ ਹਾਂ ਕਿ ਅਸੀਂ ਸਾਰੀ ਚੀਜ਼ਾਂ ਨੂੰ ਦਬਾਉਂਦੇ ਹਾਂ। ਅਸੀਂ ਸੈਟਰੀਜ਼ੀਨ ਦੇ ਲਿਵੋਸੈਟਰੀਜ਼ੀਨ ਦੇ ਏਵਲ ਤੇ ਪਤਾ ਨਹੀਂ ਕਿਆ ਖਾਈ ਜਾਂਦੇ ਹਾਂ, ਉਹਨੂੰ ਸੁੱਕਾ ਕਰ ਦਿੰਦੇ ਹਾਂ। ਜਿਹੜੀ ਚੀਜ਼ ਨੇ ਕੁਦਰਤ ਨੇ ਉਹਨੂੰ ਗਿੱਲਾ ਕਰਕੇ ਬਾਹਰ ਕੱਢਣਾ ਸੀਗਾ, ਉਹ ਬਾਹਰ ਕੱਢਣ ਲਈ ਕੁਦਰਤ ਕੋਲ ਤਾਂ ਹੋਰ ਮੈਕੈਨਿਜ਼ਮ ਹੈ ਨਹੀਂ, ਸੁੱਕਾ ਤਾਂ ਨਹੀਂ ਨਿਕਲ ਸਕਦਾ ਉਹ, ਜਦ ਤੱਕ ਉਹ ਸੁੱਕਾ ਤਾਂ ਚਿਪਕਿਆ ਹੋਇਆ। ਜਦੋਂ ਕੁਦਰਤ ਨੂੰ ਕੱਢਣਾ ਹੈ ਤਾਂ ਉਹ ਗਿੱਲਾ ਕਰਕੇ ਕੱਢਦੀ ਹੈ, ਉਹਨੂੰ ਪਹਿਲਾਂ ਲਿਕੁਇਫਾਈ ਕਰਦੀ ਹੈ। ਕੁਦਰਤ ਨੇ ਇੱਦਾਂ ਦਾ ਮੈਕੈਨਿਜ਼ਮ ਬਣਾ ਰੱਖਿਆ, ਫਿਰ ਉਹ ਅੰਦਰੋਂ ਬਾਹਰ ਨੂੰ ਕੱਢ ਦਿੰਦੀ ਹੈ। ਤਾਂ ਉਹ ਅਸੀਂ ਉਹਨੂੰ ਸੁੱਕਾ ਕਰ ਦਿੰਦੇ ਹਾਂ। ਫਿਰ ਅਸੀਂ ਖਾਂਸੀ ਨੂੰ ਦਬਾਉਣ ਵਾਲੀਆਂ ਦਵਾਈਆਂ ਵਰਤਦੇ ਹਾਂ, ਫਿਰ ਅਸੀਂ ਜ਼ੁਕਾਮ ਨੂੰ ਸੁੱਕਾ ਕਰਨ ਲਈ ਦਵਾਈਆਂ ਵਰਤਦੇ ਹਾਂ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਬਹੁਤ ਹੀ ਖਤਰਨਾਕ ਨੇ। ਸਾਡਾ ਕੰਮ ਕੀ ਹੁੰਦਾ ਹੈ, ਇਹ ਇੱਥੇ ਨਾਲ ਫੀਚਰ ਡਿਸਕ੍ਰਾਈਬ ਨੇ। ਸਾਡਾ ਕੰਮ ਹੈ ਗਰਾਰੇ ਕਰ ਲਓ, ਭਾਫ਼ ਲੈ ਲਓ, ਥੋੜ੍ਹੀ ਬਹੁਤੀ ਅੱਜ ਕੱਲ੍ਹ ਅਸੀਂ ਜਿਹੜਾ ਐਡਵਾਈਸ ਕਰ ਰਹੇ ਹਾਂ, ਇਹ ਸੁੰਡ ਦੀ ਨਸਵਾਰ ਲੈ ਲਓ। ਸੁੰਡ ਦੀ ਨਸਵਾਰ ਜਿਹੜੀ ਹੈ, ਜੋ ਕੁਦਰਤ ਇਹ ਚੀਜ਼ਾਂ ਨੇ ਕੁਦਰਤ ਦੇ ਮੈਕੈਨਿਜ਼ਮ ਨੂੰ ਉਲਟਾ ਪ੍ਰਮੋਟ ਕਰਦੀਆਂ ਨੇ। ਕੁਦਰਤ ਦੇ ਮੈਕੈਨਿਜ਼ਮ ਜਿੱਦਾਂ ਕੁਦਰਤ ਕਰ ਰਹੀ ਹੈ ਉਹਨੂੰ ਥੋੜ੍ਹਾ ਜਿਹਾ ਹੋਰ ਸਟਿਮੂਲੇਟ ਕਰਦੀਆਂ ਨੇ। ਤੁਸੀਂ ਸੁੰਡ ਦੀ ਨਸਵਾਰ ਲਾਓਗੇ ਤਾਂ ਜਿਹੜੀ ਚੀਜ਼ ਨਹੀਂ ਨਿਕਲਣੀ ਉਹ ਵੀ ਨਿਕਲ ਜਾਏਗੀ। ਹਾਂ, ਸੁੰਡ ਦੇ ਪਾਊਡਰ ਦਾ ਦੋਨੋਂ ਨੱਕ 'ਚ ਨਸਵਾਰ ਲੈ ਲਈਦੀ ਹੈ, ਥੋੜ੍ਹਾ ਜਿਹਾ ਜੀਭ 'ਤੇ ਰੱਖ ਲਈਦੀ ਹੈ। ਉਹ ਸਾਰਾ ਥੋੜ੍ਹੀ ਜਿਹੀ ਤਿੱਖੀ ਹੁੰਦੀ ਹੈ। ਉਹ ਤਿੱਖੇ ਹੋਣ ਨਾਲ ਕੀ ਹੁੰਦਾ ਕਿ ਉਹ ਪਾਣੀ ਦਾ ਸਾਰਾ ਜਿਹੜਾ ਬਣ ਜਾਂਦਾ, ਅਤੇ ਪਾਣੀ ਬਣ ਕੇ ਫਿਰ ਬਾਅਦ ਛਿੱਕਾਂ ਆ ਕੇ, ਜਾਂ ਤੁਸੀਂ ਤੁਹਾਡੇ ਨੱਕ 'ਚ ਪਾਣੀ ਵਗਦਾ ਜਾਂ ਮੂੰਹ 'ਚ ਪਾਣੀ ਜਾ ਜਾਂਦਾ ਤਾਂ ਤੁਸੀਂ ਥੁੱਕ ਦਿੰਦੇ ਹੋ। ਤਾਂ ਉਹਦੇ ਨਾਲ ਕੀ ਹੁੰਦਾ ਕਿ ਸਾਫ਼ ਸਫਾਈਆ ਵਧੀਆ ਹੋ ਜਾਂਦਾ। ਗਰਾਰੇ ਕਰਨੇ, ਭਾਫ਼ ਲੈਣੀ, ਸੁੰਡ ਲੈਣੀ, ਇਹਦਾ ਪੁਰਾਣੇ ਜ਼ਮਾਨੇ ਕਨੇਰ ਦੀ ਨਸਵਾਰ ਮੈਨੂੰ ਅੱਜ ਵੀ ਯਾਦ ਹੈ ਕਿ ਦਾਦੀ ਸਾਡੀ ਜਦੋਂ ਹੀ ਸਾਨੂੰ ਕੋਈ ਹੋਣਾ, ਮੈਂ ਮਾੜੀ ਜਿਹੀ ਛਿੱਕ ਆਉਣੀ ਜਾਂ ਕੋਈ ਮਾੜਾ ਜਿਹਾ ਜ਼ੁਕਾਮ ਚੱਲ ਜਾਣਾ, ਅਤੇ ਉਹਦੇ ਕੋਲ ਡੱਬੀ 'ਚ ਰੱਖੀ ਹੁੰਦੀ ਸੀ ਸੁੰਡ ਦੀ, ਉਹਦੀ ਕਨੇਰ ਦੀ ਨਸਵਾਰ ਬਣਾ ਕੇ। ਤਾਂ ਉਹਨੇ ਮੇਰੇ ਨਾਲ ਵੀ ਅੱਜ ਨਸਵਾਰ ਲੈ ਲੈ। ਤਾਂ ਨਸਵਾਰ ਲੈਣੀ ਤਾਂ ਛਿੱਕਾਂ ਆਉਣੀਆਂ 5, 7, 10, 15 ਛਿੱਕਾਂ ਆ ਕੇ ਸਾਰਾ ਸਾਫ਼ ਸਫਾਈਆ ਹੋ ਜਾਣਾ। ਤਾਂ ਉਹ ਨਾਲ ਦੇ ਤਾਂ ਫਿਰ ਉਹਨੂੰ ਅਸੀਂ ਕਨੇਰ ਲਿਆ ਕੇ ਦਿੰਦੇ ਹੁੰਦੇ ਸੀਗੇ। ਉਹਦਾ ਕੰਮ ਸੀ ਕਿ ਉਹਨੇ ਸਾਲ 'ਚ 1 ਵਾਰੀ 2 ਵਾਰੀ ਕਨੇਰ ਮੰਗਵਾਉਣੀ। ਤੁਹਾਨੂੰ ਕਹਿ ਕੇ ਵੀ ਕਨੇਰ ਦੇ ਮੈਨੂੰ ਪੱਤੇ ਵੀ ਲਿਆ ਦੇ ਅਤੇ ਫੁੱਲ ਵੀ ਲਿਆ ਦੇ। ਉਹਨੇ ਫਿਰ ਸੁਕਾਉਣੇ ਛਾਂ 'ਚ, ਫਿਰ ਉਹਨੂੰ ਪੀਸ ਕੇ ਫਿਰ ਉਹਨੂੰ ਕੱਪੜ ਛਾਣ ਕਰਨਾ। ਉਹ ਮੈਨੂੰ ਅੱਜ ਵੀ ਸਾਰੇ ਉਹ ਸੀਨ ਯਾਦ ਨੇ, ਕਿਵੇਂ ਬੈਠੀ ਉਹ ਸਾਰਾ ਦਿਨ ਲੱਗੀ ਰਹਿੰਦੀ ਹੁੰਦੀ ਸੀਗੀ ਨਸਵਾਰ ਬਣਾਉਣ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ, ਇਸੇ ਤਰ੍ਹਾਂ ਘੀ ਪਾਉਂਦੇ ਆਪਾਂ ਨੱਕ 'ਚ, ਉਹ ਵੀ ਇੱਕ ਕੁਦਰਤ ਦੇ ਮੈਕੈਨਿਜ਼ਮ ਨੂੰ ਲੁਬਰੀਕੇਟ ਕਰਦਾ। ਲੁਬਰੀਕੇਸ਼ਨ ਹੁੰਦੀ ਨਾ, ਤਾਂ ਲੁਬਰੀਕੇਸ਼ਨ ਜਦੋਂ ਹੁੰਦੀ ਹੈ ਤਾਂ ਉਹ ਕੁਦਰਤ ਜਿਹੜੀ ਹੈ ਉਹ ਸਾਰਾ ਆਪਦਾ ਸਿਸਟਮ ਜਿਹੜਾ ਉਹ ਜ਼ਿਆਦਾ ਐਫੀਸ਼ੀਐਂਟ ਹੋ ਜਾਂਦਾ। ਸੋ ਸਾਨੂੰ ਉਹ ਤਰੀਕੇ ਵਰਤਣੇ ਚਾਹੀਦੇ ਜਿਹੜੇ ਕੁਦਰਤ ਦੇ ਸਿਸਟਮ ਨੂੰ ਪ੍ਰਮੋਟ ਕਰਦੇ ਹੋਣ, ਹੋਰ ਸਟਿਮੂਲੇਟ ਕਰਨ। ਉਹਨੂੰ ਨੈਚੁਰੋਪੈਥੀ ਕਹਿ ਦਿੰਦੇ ਹਾਂ ਅਸੀਂ, ਉਹਨੂੰ ਸਾਰਿਆਂ ਨੂੰ ਰਲਾ ਕੇ ਅਸੀਂ ਇੱਕ ਨੈਚੁਰੋਪੈਥੀ ਕਹਿ ਦਿੰਦੇ ਹਾਂ।
ਉਹ ਪੈਥੀ ਤਾਂ ਉਹੀ ਬਣ ਗਈ। ਕੋਈ ਵੀ ਤਰੀਕਾ ਸਾਡੇ ਸ਼ਾਸਤਰਾਂ 'ਚ ਵੀ ਵਰਣਨ ਹੈ ਕਿ ਜਿਹੜਾ ਅੱਜ ਕੀ ਹਾਲਤ ਹੋ ਗਈ ਕਿ ਜਿਹੜੇ ਮਾਡਰਨ ਮੈਡੀਕਲ ਸਿਸਟਮ ਹੈ ਜਿਹੜਾ ਕਿ ਐਂਟੀ ਨੇਚਰ ਹੈ ਸਾਰਾ, ਖੁਦ ਉਹ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਸੁਪਰੀਮ ਆ, ਜਦੋਂ ਕਿ ਸ਼ਾਸਤਰਾਂ ਦੇ ਵਿੱਚ ਵੀ ਲਿਖਿਆ ਸਾਡੇ ਔਰ ਫਿਰ ਅਸੀਂ ਉੱਥੇ ਆ ਰਹੇ ਹੁਣ ਸਾਡੇ ਉਪਨਿਸ਼ਦਾਂ ਦੇ ਅੰਦਰ ਸ਼ਲੋਕ ਹੈ। ਮੈਨੂੰ ਕੱਲ੍ਹ ਬੰਦਾ ਕੋਈ ਸ਼ਲੋਕ ਕੋਟ ਵੀ ਕਰ ਰਿਹਾ ਸੀ, ਮੈਨੂੰ ਹੁਣ ਸੰਸਕ੍ਰਿਤ ਕੋਟ ਨਹੀਂ ਕਰਨੀ ਆਉਂਦੀ, ਉਹ ਬੰਦਾ ਕੋਟ ਕਰ ਰਿਹਾ ਸੀ ਸ਼ਲੋਕ। ਉਹ ਸ਼ਲੋਕ 'ਚ ਕੀ ਲਿਖਿਆ ਹੋਇਆ ਹੈ ਜਿਹੜਾ ਕਿ ਅੱਜ ਤੋਂ ਕੋਈ ਮਤਲਬ 2000-3000 ਸਾਲ ਪੁਰਾਣਾ ਉਹ ਸਾਰਾ, ਉਹਦੇ 'ਚ ਲਿਖਿਆ ਹੋਇਆ ਕਿ ਬੰਦੇ ਨੂੰ ਹੀਲ ਕਰਨ ਵਾਸਤੇ ਜੋ ਕੁਛ ਵੀ ਹੋ ਸਕਦਾ ਉਹ ਕਰਨਾ ਦੀ ਕਲਾ ਜਿਹੜੀ ਹੈ ਉਹ ਡਾਕਟਰੀ ਹੈ। ਡਾਕਟਰੀ ਕੀ ਹੈ ਕਿ ਜੋ ਵੀ ਜਿਸ ਵੀ ਕਲਾ ਨਾਲ ਬੰਦੇ ਨੂੰ ਤੁਸੀਂ ਠੀਕ ਕਰ ਸਕਦੇ ਹੋ ਉਹ ਡਾਕਟਰੀ ਹੈ। ਦਵਾਈਆਂ ਦੇਣਾ ਕਲਾ ਡਾਕਟਰੀ ਨਹੀਂ ਹੈ। ਬੰਦੇ ਨੂੰ ਅੱਛਾ ਖਾਣ ਲਈ ਅੱਛਾ ਤੁਸੀਂ ਐਡਵਾਈਸ ਕਰ ਰਹੇ ਹੋ ਉਹ ਵੀ ਡਾਕਟਰੀ ਹੈ। ਬੰਦੇ ਨੂੰ ਤੁਸੀਂ ਨਸਵਾਰ ਲੈਣ ਨੂੰ ਕਹਿ ਰਹੇ ਹੋ ਜਾਂ ਗਰਾਰੇ ਕਰਨ ਨੂੰ ਕਹਿ ਰਹੇ ਹੋ ਉਹ ਵੀ ਡਾਕਟਰੀ ਹੈ। ਹਰ ਚੀਜ਼ ਉਹ ਡਾਕਟਰੀ ਹੈ ਜਿਹੜੀ ਨਾਲ ਬੰਦਾ ਠੀਕ ਹੋ ਸਕਦਾ। ਤਾਂ ਆਪਾਂ ਉਹ ਕਲਾ ਜਿਹੜੀ ਹੁਣ ਫਿਰ ਵਾਪਸ ਉੱਥੇ ਆ ਰਹੇ ਹਾਂ ਕਿ ਇੰਟੈਗਰੇਟਡ ਸਿਸਟਮ ਚਾਹੀਦਾ। ਜਦੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਮਾਡਰਨ ਮੈਡੀਕਲ ਸਿਸਟਮ ਹੈ ਇਹ ਫੇਲ ਹੋ ਰਿਹਾ, ਪੂਰੀ ਦੁਨੀਆ 'ਚ ਇਸ ਵੇਲੇ ਤਰਾਹੀ ਮੱਚੀ ਪਈ ਹੈ ਕਿ ਇੱਕ ਪਾਸੇ ਤਾਂ ਕਰੋਨਾ ਵਰਗੀ ਬਿਮਾਰੀ ਦਾ ਬੋਗਸ ਇਲਾਜ ਹੈ ਜੋ ਇਹਨਾਂ ਨੇ ਕੀਤਾ, ਸਾਰੇ ਦਾ ਸਾਰਾ ਫਲੋਪ ਹੈ। ਅੱਜ ਲੋਕਾਂ 'ਚ ਚਰਚਾ ਹੋ ਗਈ ਕਿ ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਹੋ ਗਈ ਨਾ, ਜਣਾ ਖਾਣਾ ਪੈ ਰਿਹਾ ਵੀ ਇਹ ਇੱਕ ਹਸਪਤਾਲਾਂ ਦੇ ਪੱਲੇ ਕੁਛ ਨਹੀਂ ਹੈ, ਇਹ ਨਹੀਂ ਸਾਨੂੰ ਬਚਾ ਸਕਦੇ। ਪੁਰਾਣੀਆਂ ਬਿਮਾਰੀਆਂ 'ਚ ਪਹਿਲਾਂ ਹੀ ਸਿੱਧ ਹੋ ਚੁੱਕਿਆ ਕਿ ਪੁਰਾਣੀਆਂ ਜਿੰਨੀਆਂ ਬਿਮਾਰੀਆਂ ਨੇ, ਸ਼ੂਗਰ ਹੈ ਸਾਰੀ ਉਮਰ ਦਵਾਈ ਖਾਓ, BP ਹੈ ਸਾਰੀ ਉਮਰ ਦਵਾਈ ਖਾਓ, ਹਾਰਟ ਹੈ ਸਾਰੀ ਉਮਰ ਦਵਾਈ ਖਾਓ, ਐਲਰਜੀ ਹੈ ਸਾਰੀ ਉਮਰ ਦਵਾਈ ਖਾਓ, ਅਸਥਮਾ ਸਾਰੀ ਉਮਰ ਦਵਾਈ ਖਾਓ, ਫਿੱਟ ਪੈ ਗਿਆ ਸਾਰੀ ਉਮਰ, ਕੋਈ ਬਿਮਾਰੀ ਨਹੀਂ ਜੇ ਚ ਕਹਿਣਾ ਵੀ ਤੁਸੀਂ ਰਾਜੀ ਹੋ ਗਏ, ਦਵਾਈ ਖਾਓ, ਅਲਾਮਤ ਨੂੰ ਦਬਾ ਕੇ ਰੱਖੋ ਬਸ। ਤਾਂ ਇਹ ਕਿਤੇ ਨਾ ਕਿਤੇ ਤਰੀਕਾ ਜਿਹੜਾ ਨਿਖਿੱਧ ਪ੍ਰੂਵ ਹੋ ਚੁੱਕਿਆ ਔਰ ਲੋਕ ਜਿਹੜੇ ਨੇ, ਦੁਨੀਆ ਜਿਹੜੀ ਹੈ ਅੱਜ ਇਸ ਤੋਂ ਨਿਕਲਣਾ ਚਾਹੁੰਦੀ ਹੈ ਕਿਉਂਕਿ ਇਹ ਤਰੀਕੇ ਜਿਹੜੇ ਨੇ ਦਬਾਉਣ ਵਾਲੇ ਤਰੀਕੇ ਹੈ, ਕੁਦਰਤੀ ਤਰੀਕਿਆਂ ਨੂੰ ਦਬਾਉਣ ਵਾਲੇ ਤਰੀਕੇ ਨੇ। ਇਹ ਨਾ ਸਿਰਫ ਰਾਜੀ ਨਹੀਂ ਕਰਦੇ, ਕਿਉਰ ਨਹੀਂ ਕਰਦੇ, ਉਲਟਾ ਇਹਨਾਂ ਦੇ ਸਾਈਡ ਇਫੈਕਟਸ ਨੇ ਆਪਣੇ, ਚਾਹੇ ਉਹ ਕੈਮੀਕਲ ਦਵਾਈਆਂ ਨੇ, ਚਾਹੇ ਉਹ ਯੂਜ਼ਲੈਸ ਸਰਜਰੀਜ਼ ਨੇ, ਚਾਹੇ ਉਹ ਰੇਡੀਓਥੈਰੇਪੀ ਵਰਗੇ ਅਤੇ ਬਿਜਲੀਆਂ ਲਾ ਕੇ ਕੈਂਸਰ ਨੂੰ ਸਾੜਨ ਵਰਗੇ ਤਰੀਕੇ ਨੇ। ਇਹ ਸਾਰੇ ਤਰੀਕੇ ਕਿਤੇ ਨਾ ਕਿਤੇ ਜਿਹੜੇ ਨੇ ਉਹ ਆਊਟਡੇਟਡ ਹੋ ਚੁੱਕੇ ਆ ਔਰ ਡਿਕਲਾਈਨ ਕਰ ਰਹੇ ਔਰ ਅੱਜ ਜਿਹੜਾ ਕੁਦਰਤੀ ਜਿਹੜੀ ਇਲਾਜ ਪ੍ਰਣਾਲੀ ਆ, ਕੁਦਰਤ ਦੇ ਢੰਗ ਨੇ ਹੀਲਿੰਗ ਦੇ, ਅਸੀਂ ਫਿਰ ਮੁੜ ਕੇ ਉੱਥੇ ਆ ਰਹੇ ਹਾਂ ਜਿਸ 'ਚ ਇੰਟੈਗਰੇਟਡ ਮੈਡੀਸਨ ਦੇ ਨਾਂ 'ਤੇ, ਫੰਕਸ਼ਨਲ ਮੈਡੀਸਨ ਦੇ ਨਾਂ 'ਤੇ ਦੁਨੀਆ ਦੇ ਅੰਦਰ ਇੱਕ ਨਵਾਂ ਸਿਸਟਮ ਐਮਰਜ ਕਰ ਰਿਹਾ ਜਿਹੜਾ ਕਿ ਤੁਹਾਨੂੰ ਕੁਦਰਤ ਦੇ ਤਰੀਕਿਆਂ ਨੂੰ ਹੋਰ ਪ੍ਰਮੋਟ ਕਰਕੇ ਯਾਨੀ ਇੱਕੋ ਛੱਤ ਦੇ ਥੱਲੇ ਸਾਰੇ ਇਲਾਜ ਦੀਆਂ ਪੱਧਤੀਆਂ ਜਿਹੜੀਆਂ, ਹਾਂ ਬਿਲਕੁਲ, ਔਰ ਉਹਦੇ 'ਚ ਇਲਾਜ ਉਹ ਕਰਨਾ ਜੋ ਜਿੱਦਾਂ ਕੁਦਰਤ ਕਰ ਰਹੀ ਹੈ ਉਹਨੂੰ ਹੋਰ ਪ੍ਰਮੋਟ ਕਰਨਾ, ਉਹਦੀ ਮੁਖਾਲਫਤ ਨਹੀਂ ਕਰਨੀ। ਐਂਟੀ ਨੇਚਰ ਨਹੀਂ, ਨੇਚਰ ਜਿੱਦਾਂ ਕਰ ਰਹੀ ਹੈ ਉਹਨੂੰ ਥੋੜ੍ਹਾ ਜਿਹਾ ਹੋਰ ਸਟਿਮੂਲੇਟ ਕਰੋ। ਜੇ ਤੁਹਾਨੂੰ ਛਿੱਕਾਂ ਆ ਰਹੀਆਂ ਨੇ ਤਾਂ ਥੋੜ੍ਹੀ ਛਿੱਕਾਂ ਹੋਰ ਜ਼ਿਆਦਾ ਕਰ ਲਓ। ਤੈਨੂੰ ਖਾਂਸੀ ਆ ਰਹੀ ਹੈ ਤਾਂ ਤੁਸੀਂ ਇਹੋ ਜਿਹੀ ਕੋਈ ਦਵਾਈ ਦਿਓ ਜਿਹਦੇ ਨਾਲ ਖਾਂਸੀ ਪਤਲੀ ਹੋ ਕੇ ਬਾਹਰ ਨਿਕਲ ਜਾਵੇ। ਜੇ ਬੁਖਾਰ ਹੈ ਤੈਨੂੰ ਉਤਾਰੋ ਨਾ, ਬੁਖਾਰ ਨੂੰ ਰਹਿਣ ਦਿਓ, ਬੁਖਾਰ ਨੂੰ ਰਹਿਣ ਦੇਵਾਂਗੇ ਤਾਂ ਉਹ ਜਲਦੀ ਠੀਕ ਹੋਏਗਾ। ਤਾਂ ਉਹ ਤਰੀਕੇ ਜਿਹੜੇ ਨੇ ਅਡੋਪਟ ਜਦੋਂ ਕਰਦੇ ਹਾਂ ਅਸੀਂ ਤਾਂ ਬਹੁਤ ਹੀ ਕਮਾਲ ਦੇ ਸਿੱਟੇ ਨੇ ਔਰ ਅੱਜ ਦੁਨੀਆ ਜਿਹੜੀ ਹੌਲੀ ਹੌਲੀ ਹੁਣ ਉੱਤੇ ਆ ਰਹੀ ਆ ਅਤੇ ਇਹ ਗੱਲ ਜਿਹੜੀ ਲਗਾਤਾਰ ਵੱਧ ਰਹੀ ਆ ਜਿਹੜੇ ਇਹ ਤਰੀਕੇ ਨੇ। ਅਤੇ ਇਹ ਜਿਹੜਾ ਤੁਸੀਂ ਵਿਸ਼ਾ ਲਿਆ ਵੀ ਨੇਚਰ ਵਰਸਸ ਐਂਟੀ ਨੇਚਰ ਵਾਲੇ ਤਰੀਕੇ ਜਿਹੜੇ ਨੇ ਇਹਨਾਂ ਨੂੰ ਛੱਡਣਾ ਚਾਹੀਦਾ ਔਰ ਨੇਚਰ ਦੇ ਪੱਖੀ ਜਿਹੜੇ ਤਰੀਕੇ ਨੇ ਹੀਲ ਕਰਨ ਦੇ ਉਹਨਾਂ ਨੂੰ ਅਡਾਪਟ ਕਰਨਾ ਚਾਹੀਦਾ। ਇਹ ਤਾਂ ਆਪਾਂ ਗੱਲ ਕੀਤੀ ਡਾਕਟਰ ਸਾਹਿਬ ਸਰੀਰਕ ਦਰਦ, ਸਰੀਰਕ ਜਿਹੜੇ ਕੁਦਰਤ ਦੇ ਹੀਲ ਕਰਨ ਦੇ ਤਰੀਕਿਆਂ ਦੀ। ਹੁਣ ਆਈਏ ਆਪਾਂ ਮਾਨਸਿਕ ਤਰੀਕਿਆਂ ਵਾਲੇ ਪਾਸੇ, ਕਿਉਂਕਿ ਮਾਨਸਿਕ ਜੇਕਰ ਪੀੜਾ ਹੁੰਦੀ ਹੈ ਬੰਦੇ ਨੂੰ, ਇਨਸਾਨ ਨੂੰ ਕੋਈ ਵੀ ਮਾਨਸਿਕ ਰੋਗ ਹੁੰਦਾ ਕੋਈ ਵੀ, ਤਾਂ ਉਹਦੇ ਵਿੱਚ ਵੀ ਕੁਦਰਤ ਜਿਹੜੀ ਹੈ ਉਹ ਮੰਨ ਲਓ ਵੀ ਇੱਕ ਬੰਦੇ ਨੂੰ ਡਿਪਰੈਸ਼ਨ ਹੈ, ਉਹ ਡਿਪਰੈਸ਼ਨ ਦੇ ਵਿੱਚ ਉਹ ਇੱਕ ਪਾਸੇ ਹੀ ਝਾਕੀ ਜਾਏਗਾ, ਇੱਕ ਉਹਦੇ ਸਿਰ ਦੇ ਵਿੱਚ ਦਰਦ ਹੋਏਗਾ, ਉਹ ਹਾਈਪਰ ਹੋ ਜਾਏਗਾ, ਉਹਦਾ ਇੱਕ ਸਾਈਡ ਦੇ ਉੱਤੇ ਸਿਰ ਦੁਖਣ ਲੱਗ ਜਾਏਗਾ। ਇਹ ਕੀ ਕੁਦਰਤ ਦਾ ਮੈਕੈਨਿਜ਼ਮ ਹੈ ਅਤੇ ਆਪਾਂ ਉਹਨੂੰ ਹੀਲ ਕਰਨ ਦੇ ਕੀ ਤਰੀਕੇ ਅਪਣਾ ਰਹੇ, ਕੀ ਕਰਨਾ ਚਾਹੀਦਾ? ਬਹੁਤ ਵਧੀਆ। ਤੁਸੀਂ ਨਾ ਸਰੀਰਕ ਬਿਮਾਰੀਆਂ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਮਾਨਸਿਕ ਬਿਮਾਰੀਆਂ ਨੂੰ ਕੁਦਰਤੀ ਢੰਗ ਨਾਲ ਡੀਲ ਕਰਨਾ, ਕਿਉਂਕਿ ਮਾਨਸਿਕ ਬਿਮਾਰੀਆਂ ਦੇ ਮਾਮਲੇ ਵਿੱਚ ਤਾਂ ਜਿਹੜੀ ਐਲੋਪੈਥੀ ਹੈ ਬਿਲਕੁਲ ਹੀ ਨਿਖਿੱਧ ਹੈ, ਬਹੁਤ ਨਿਖਿੱਧ ਹੈ। ਕਿਉਂਕਿ ਐਲੋਪੈਥੀ ਦੇ ਅੰਦਰ ਜਿਹੜੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਮਾਨਸਿਕ ਰੋਗੀਆਂ ਨੂੰ, ਉਹ ਐਸੀਆਂ ਗੰਦੀਆਂ ਨੇ ਕਿ ਉਹ ਦਵਾਈਆਂ ਲੈ ਕੇ ਮਰੀਜ਼ ਠੀਕ ਨਹੀਂ ਹੁੰਦਾ, ਉਲਟਾ ਪੱਕਾ ਜੇ ਉਹਨੇ ਠੀਕ ਹੋ ਜਾਣਾ ਸੀਗਾ। ਅਤੇ ਮੈਂ ਤਾਂ ਇੱਥੋਂ ਤੱਕ ਵੀ ਮੈਨੂੰ ਕਹਿੰਦਾ ਹੁੰਦਾ ਵੀ ਜਿਹੜੇ ਪੁਰਾਣੇ ਜ਼ਮਾਨੇ ਸਿਰ ਮਾਰਦੀਆਂ ਸੀ ਬੀਬੀਆਂ ਅਤੇ ਉਹ ਵਡਭਾਗ ਸਿੰਘ ਦੇ ਡੇਰੇ ਜਾਂਦੀਆਂ ਸੀਗੀਆਂ ਅਤੇ ਕਿਹਨੂੰ ਕਹਿੰਦੇ ਖੇਡਦੀਆਂ ਨੇ ਸਿਰ 'ਤੇ, ਉਹ ਤਰੀਕੇ ਫਿਰ ਵੀ ਕਾਰਗਰ ਸੀਗੇ ਕਿ ਉਹ 'ਚ ਬਹੁਤ ਸਾਰੇ ਜਿਹੜੇ ਲੋਕ ਸੀਗੇ ਉਹ ਪਾਗਲ ਨਹੀਂ ਸੀ ਹੁੰਦੇ ਪੱਕੇ,
ਉਹ ਇੱਕ ਵਾਰੀ ਸਿਰ ਸੁਰ ਜਾ ਮਾਰ ਕੇ ਮੱਥਾ ਮੁੱਥਾ ਉੱਥੇ ਮਾਰ ਕੇ ਕੋਈ ਇਮਿਊਨ ਵਾਇਲੈਂਸ ਹੈ ਤਾਂ ਕਰੋੜ ਤਰੀਕੇ ਸੀ, ਲੇਕਿਨ ਜਿਹੜੇ ਅੱਜ ਤਰੀਕੇ ਮਾਡਰਨ ਮੈਡੀਕਲ ਸਿਸਟਮ ਵਰਤੇ ਵੀ ਸਾਰੀ ਉਮਰ ਦਵਾਈਆਂ ਖਾਈ ਜਾਓ, ਸਾਰੀ ਉਮਰ ਤੁਹਾਨੂੰ 5-5 6 ਦਵਾਈਆਂ ਪਾ ਦਿੰਦੇ ਆ, ਔਰ ਉਸ ਤੋਂ ਬਾਅਦ ਬੰਦਾ ਠੀਕ ਨਹੀਂ ਹੁੰਦਾ, ਉਹ ਅੱਧ ਮਰਿਆ ਜਾ ਨਾ ਉੱਧਰ ਦਾ ਨਾ ਉੱਧਰ ਦਾ, ਉੱਥੇ ਫਸ ਕੇ ਰਹਿ ਜਾਂਦਾ। ਦਵਾਈਆਂ ਦੀ ਡੋਜ਼ ਲਗਾਤਾਰ ਵਧੀ ਜਾਂਦੀ ਹੈ, ਨੰਬਰ ਵਧੀ ਜਾਂਦਾ। ਤਾਂ ਉਹ ਕਿਤੇ ਨਾ ਕਿਤੇ ਜਿਹੜਾ ਨੇਚਰਲ ਤਰੀਕੇ ਨੇ ਉਹ ਬਹੁਤ ਕਮਾਲ ਦੇ ਆ। ਉਹਦੇ 'ਚ ਉਦਾਹਰਨ ਲੈ ਲਈਏ ਆਪਾਂ, 2 ਕਿਸਮ ਦੇ ਫੀਚਰ ਨੇ ਜ਼ਿਆਦਾ, ਇੱਕ ਨੂੰ ਅਸੀਂ ਕਹਿੰਦੇ ਹਾਂ ਚਿੰਤਾ ਰੋਗ, ਇੱਕ ਨੂੰ ਕਹਿੰਦੇ ਹਾਂ ਉਦਾਸੀ ਰੋਗ। ਇਹ ਜ਼ਿਆਦਾ ਮੁੱਖ ਨੇ, ਬਾਕੀ ਉਸ ਤੋਂ ਬਾਅਦ ਛੋਟੇ ਮੋਟੇ ਜਿਹੜੇ ਨੇ ਹੋਰ ਵੀ ਨੇ। ਹੁਣ ਚਿੰਤਾ ਰੋਗ ਹੈ ਫਾਰ ਐਗਜ਼ਾਮਪਲ, ਤੁਹਾਨੂੰ ਕੋਈ ਥਾਟ ਡਿਸਟਰਬ ਕਰ ਰਿਹਾ, ਮਰੀਜ਼ ਆ ਕੇ ਕੀ ਕਹਿੰਦਾ ਵੀ ਬਹੁਤ ਜੀ ਮੈਨੂੰ ਨੀਂਦ ਨਹੀਂ ਆਉਂਦੀ, ਮਨ ਘਬਰਾਹਟ ਰਹਿੰਦਾ ਹੈ, ਇੱਕੋ ਹੀ ਗੱਲ ਜਿਹੜਾ ਉਹਦੇ ਘੁੰਮਣ ਘਰੀ ਜੀ ਬਣ ਜਾਂਦੀ ਹੈ, ਫਿਰ ਉਹੀ ਗੱਲ ਮਾਨ ਬਾਰ ਤੰਗ ਕਰੀ ਜਾਂਦੀ ਹੈ ਵਗੈਰਾ, ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ, ਕੁਝ ਹੋਰ ਪਾਸੇ ਉਦਾਸੀ ਰੋਗ ਆ ਗਿਆ, ਉਦਾਸੀ ਰੋਗ ਆ ਗਿਆ। ਉਹਦਾ ਉਲਟ ਹੁੰਦਾ। ਉਦਾਸੀ ਰੋਗ ਦੇ ਵਿੱਚ ਬੰਦਾ ਇਕੱਲਾ ਰਹਿਣਾ ਚਾਹੁੰਦਾ, ਉਹ ਕਿਸੇ ਨਾਲ ਕਮਿਊਨੀਕੇਟ ਨਹੀਂ ਕਰਨਾ ਚਾਹੁੰਦਾ। ਚਿੰਤਾ ਦੇ ਵਿੱਚ ਉਹ ਜਿਹੜਾ ਉਹਨੂੰ ਉਹ ਇਹ ਫੀਚਰ ਨਹੀਂ ਹੁੰਦੇ ਉਦਾਸੀ ਵਾਲੇ, ਲੇਕਿਨ ਉਹਦੇ ਅੰਦਰ ਉਹ ਓਵਰ ਹੋ ਜਾਂਦਾ, ਐਕਸਾਈਟ ਹੁੰਦਾ ਕਿ ਮੈਂ ਘਬਰਾਹਟ ਹੋ ਰਹੀ, ਮੈਨੂੰ ਕੋਈ ਥਾਟ ਬਾਰ ਤੰਗ ਕਰੀ ਜਾ ਰਿਹਾ। ਉਹ ਦੋਨਾਂ ਦੀ ਰੂਟ ਕਾਜ਼ ਇੱਕੋ ਹੀ ਹੁੰਦੀ ਹੈ, ਜੜ ਕਿਤੇ ਨਾ ਕਿਤੇ ਇੱਕੋ ਹੀ ਹੁੰਦੀ ਹੈ। ਉਹ ਜੜ ਕਿੱਥੇ ਹੁੰਦੀ ਹੈ ਕਿ ਕੁਦਰਤ ਤੁਹਾਡੇ ਅੰਦਰ ਚਿੰਤਾ ਪੈਦਾ ਕਰਕੇ ਜਾਂ ਉਦਾਸੀ ਪੈਦਾ ਕਰਕੇ ਤੁਹਾਨੂੰ ਠੀਕ ਰਾਹ 'ਤੇ ਲਿਆਉਣਾ ਚਾਹ ਰਹੀ ਹੈ। ਕਿਉਂਕਿ ਹੋਇਆ ਕੀ ਹੈ ਕਿ ਸਮਾਜ ਦੇ ਵਿੱਚ ਪਿਛਲੇ 60 ਸਾਲ 'ਚ ਤਬਦੀਲੀ ਇੰਨੀ ਜਲਦੀ ਆਈ ਹੈ ਕਿ ਉਹ ਤਬਦੀਲੀ ਨੂੰ ਸਾਡਾ ਸਮਾਜ ਜਿਹਨੂੰ ਕਹਿੰਦੇ ਅਬਜ਼ੌਰਬ ਨਹੀਂ ਕਰ ਸਕਿਆ, ਢਲ ਨਹੀਂ ਸਕਿਆ ਉਸ ਹਿਸਾਬ ਨਾਲ। ਕਿਉਂਕਿ ਅਸੀਂ ਮਨੁੱਖ ਜਿਹੜਾ ਸੀਗਾ ਹੁਣ ਹਜ਼ਾਰਾਂ ਸਾਲ ਪੁਰਾਣਾ, ਤਾਂ ਮਨੁੱਖ ਇੱਕ ਖਾਸ ਕਿਸਮ ਦੀ ਜ਼ਿੰਦਗੀ ਜਿਉ ਰਿਹਾ ਸੀਗਾ ਅੱਜ ਤੋਂ 60 ਸਾਲ ਪਹਿਲਾਂ ਤੱਕ। ਉਹਦੇ ਅੰਦਰ ਕੀ ਸੀਗਾ ਕਿ ਉਹ ਪਰਿਵਾਰ ਨਾਲ ਜੁੜਿਆ ਹੋਇਆ ਸੀਗਾ, ਆਪਣੇ ਰਿਸ਼ਤੇਦਾਰੀ ਨਾਲ ਜੁੜਿਆ ਹੋਇਆ ਸੀਗਾ। ਤੁਹਾਡੀ ਭੂਆ ਸੀ, ਫੁੱਫੜ ਸੀ, ਚਾਚਾ ਸੀ, ਤਾਇਆ ਸੀ, ਮਾਸੀ ਸੀ, ਭੈਣ ਸੀ, ਭਰਾ ਸੀ, ਫੁੱਫੀ ਭੈਣ, ਮਾਮੇ ਦੀ ਭੈਣ ਭਰਾ, ਮਾਮੀ ਦੀ ਭਰਾਣੀ ਅੱਗੋਂ ਵੀ। ਹਾਂ, ਤਾਂ ਅਸੀਂ ਕਲੈਨ ਸਿਸਟਮ ਦੇ ਵਿੱਚੋਂ ਆਏ ਹਾਂ ਕਿ ਸਾਡੇ ਬਹੁਤ ਜ਼ਿਆਦਾ ਸਾਡੀਆਂ ਐਸੋਸੀਏਸ਼ਨ ਸਾਡੀ ਬਹੁਤ ਨੇੜਤਾ ਸੀਗੀ, ਨਾਟ ਓਨਲੀ ਰਿਸ਼ਤੇਦਾਰੀਆਂ 'ਚ, ਫਿਰ ਆਪਣੇ ਸਮਾਜ 'ਚ। ਕਿ ਸਮਾਜ 'ਚ ਅਸੀਂ ਗੁਆਂਢੀ ਨਾਲ ਬਹੁਤ ਜੁੜੇ ਹੋਏ ਸੀਗੇ, ਆਪਣੇ ਪਿੰਡ ਨਾਲ ਜੁੜੇ ਹੋਏ ਸੀਗੇ, ਮਹੱਲੇ ਨਾਲ ਜੁੜੇ ਹੋਏ ਸੀਗੇ। ਤਾਂ ਸਾਡੇ ਕੋਲ ਇੰਨੀ ਜ਼ਿਆਦਾ ਸਿਕਿਉਰਿਟੀ ਸੀਗੀਆਂ ਕਿ ਸਾਡਾ ਮੈਂਟਲ ਮਰੀਜ਼, ਮਾਨਸਿਕ ਮਰੀਜ਼ ਬਣਦੇ ਨਹੀਂ ਸੀ ਬਹੁਤੇ ਲੋਕ। ਗ੍ਰੋਸ ਮਾਨਸਿਕ ਮਰੀਜ਼ ਬਹੁਤ ਥੋੜ੍ਹੇ ਬਣਦੇ ਸੀਗੇ, ਅਤੇ ਜੇ ਬਣਦੇ ਵੀ ਸੀ ਤਾਂ ਸਰੀਰ ਆਪਣੀ ਕੁਦਰਤ ਨੇ, ਸਮਾਜ ਨੇ ਕਿਹੋ ਜਿਹੇ ਤਰੀਕੇ ਕੱਢ ਲਏ ਹੋਏ ਸੀਗੇ ਕਿ ਉਹਨੂੰ ਆਪਣੇ ਢੰਗ ਨਾਲ ਡੀਲ ਕਰ ਲੈਂਦੇ ਸੀਗੇ। ਅੱਜ ਕੀ ਉਹ ਜੋ ਜ਼ਿੰਦਗੀ ਤੇਜ਼ੀ ਨਾਲ ਬਦਲੀ ਤਾਂ ਉਸ ਬਦਲਾਅ ਨੂੰ ਅਸੀਂ ਢਾਲ ਨਹੀਂ ਸਕੇ ਉਹਦੇ ਹਿਸਾਬ ਨਾਲ, ਅਤੇ ਹੁਣ ਸਾਨੂੰ ਉਹ ਚੀਜ਼ਾਂ ਡਿਸਟਰਬ ਕਰਦੀਆਂ ਨੇ। ਜਦੋਂ ਸਾਡੇ ਨਾਲ ਕੋਈ ਵਰਤਾਓ ਉੱਦਾਂ ਦਾ ਨਹੀਂ ਕਰਦਾ, ਨਿੱਘਾ ਪਿਆਰ ਭਰਿਆ, ਤਾਂ ਅਸੀਂ ਡਿਸਟਰਬ ਹੁੰਦੇ ਹਾਂ। ਉਹ ਕੁਦਰਤੀ ਗੱਲ ਹੈ ਕਿ ਜਦੋਂ ਨਵੀਂ ਸਮਾਜ ਬਹੁਤ ਤੇਜ਼ੀ ਨਾਲ ਬਦਲਦਾ, ਤਾਂ ਜਦੋਂ ਮਨੁੱਖ ਦਾ ਮਨ ਉਹ ਤੇਜ਼ੀ ਨਾਲ ਨਹੀਂ ਬਦਲਿਆ, ਤਾਂ ਉਹ ਦੂਜੀ ਗੱਲ, ਜਿਹੜਾ ਸਮਾਜ ਬਦਲਿਆ ਵੀ ਹੈ ਉਹ ਵੀ ਫੋਰ ਪੋਜ਼ੀਟਿਵ ਨਹੀਂ ਬਦਲਿਆ, ਉਹ ਇੱਕ ਹਿਊਮਨ ਢੰਗ ਨਾਲ ਨਹੀਂ ਬਦਲਿਆ। ਜੇ ਤਾਂ ਉਹ ਹੋਰ ਵਧੀਆ ਹੋ ਜਾਂਦਾ ਤਾਂ ਗੱਲ ਹੋਰ ਸੀ, ਲੇਕਿਨ ਉਹ ਵਧੀਆ ਹੋਣ ਦੀ ਬਜਾਏ ਉਲਟਾ ਡਿਕਲਾਈਨ ਕਰ ਗਿਆ, ਡੀਜਨਰੇਟ ਕਰ ਗਿਆ। ਉਹਦੇ ਅੰਦਰ ਤੁਸੀਂ ਮਨੁੱਖ ਦੇ ਅੰਦਰ ਇੱਕ ਇਕੱਲੇਪਨ ਦਾ ਭਾਵ ਦੇ ਦਿੱਤਾ। ਉਹਦੇ ਅੰਦਰ ਤੁਸੀਂ ਮਨੁੱਖ ਨੂੰ ਇੱਕ ਉਹ ਭਾਵ ਦੇ ਦਿੱਤਾ ਕਿ ਉਹ ਬੰਦਾ ਬਹੁਤ ਹੀ ਪੀੜਾ ਮਹਿਸੂਸ ਕਰਦਾ ਮਾਨਸਿਕ ਤੌਰ 'ਤੇ। ਤਾਂ ਉਹ ਪੀੜਾ ਨੂੰ ਜਿਹੜੀ ਹੁਣ ਦੋ ਤਰੀਕਿਆਂ ਨਾਲ ਡੀਲ ਕਰ ਸਕਦੇ ਹੋ ਤੁਸੀਂ। ਇੱਕ ਤਾਂ ਡੀਲ ਇਹ ਕਰ ਸਕਦੇ ਹੋ ਵੀ ਦਵਾਈਆਂ ਦੇ ਕੇ ਉਹਨੂੰ ਦਬਾ ਦਿਓ, ਉਸ ਪੀੜਾ ਨੂੰ ਦਬਾ ਦਿਓ। ਜਿੱਦਾਂ ਪੇਨ ਕਿਲਰ, ਫਿਜ਼ੀਕਲ ਪੇਨ ਕਿਲਰ ਖਾਂਦੇ ਆ, ਇੱਦਾਂ ਹੀ ਮੈਂਟਲ ਪੇਨ ਕਿਲਰ ਨੇ। ਉਹ ਮੈਂਟਲ ਪੇਨ ਕਿਲਰ ਦਾ ਵੀ ਉਹੀ ਰੋਲ ਹੈ ਕਿ ਜਦੋਂ ਤੁਸੀਂ ਮੈਂਟਲ ਪੇਨ ਕਿਲਰ ਖਾ ਲਿਆ, ਥੋੜ੍ਹੀਆਂ ਅਲਾਮਤਾਂ, ਤੁਹਾਨੂੰ ਇੱਕ ਵਾਰੀ ਤਾਂ ਸਕੂਨ ਮਿਲ ਜਾਏਗਾ, ਮਰੀਜ਼ ਖੁਸ਼ ਹੋ ਜਾਏਗਾ ਵੀ ਹਾਂ ਮੇਰੀ ਚਿੰਤਾ ਜੀ ਠੀਕ ਹੋ ਗਈ, ਅੱਧੀ ਠੀਕ ਹੋ ਗਈ, ਡਿਪਰੈਸ਼ਨ ਠੀਕ ਹੋ ਗਿਆ। ਲੇਕਿਨ ਉਹਦਾ ਨੈਟ ਰਿਜ਼ਲਟ ਕੀ ਹੋਗਾ? ਕਿਉਂਕਿ ਉਸ ਦਵਾਈ ਨੇ ਤੁਹਾਡੇ ਬ੍ਰੇਨ ਨੂੰ ਪਰਮਾਨੈਂਟਲੀ, ਜਦ ਤੱਕ ਤੁਸੀਂ ਖਾ ਰਹੇ ਹੋ ਉਹਨੂੰ ਚੇਂਜ ਕਰਤਾ, ਬ੍ਰੇਨ ਦੀ ਫੰਕਸ਼ਨਿੰਗ ਨੂੰ। ਕਿਉਂਕਿ ਕਿਸੇ ਦਵਾਈ 'ਚ ਇੱਦਾਂ ਦੀ ਅਕਲ ਨਹੀਂ ਹੈ ਕਿ ਤੁਹਾਡੇ ਸਿਰਫ ਇਕੱਲੀ ਤੁਹਾਨੂੰ ਜਿਹੜਾ ਥਾਟ ਡਿਸਟਰਬ ਕਰ ਰਿਹਾ ਉਹਨੂੰ ਹੀ ਠੀਕ ਕਰ ਦੇਵੇ। ਉਹ ਸਾਰੇ ਦੇ ਸਾਰੇ ਥਾਟ ਨੂੰ ਦਬਾ ਦੇਗੀ। ਇਹਦਾ ਮਤਲਬ ਤੁਸੀਂ ਜੋ ਕੰਮ ਕਰਨਾ ਚਾਹੀਦਾ ਸੀ ਤੁਹਾਨੂੰ, ਜਿੰਨੇ ਤੁਸੀਂ ਕ੍ਰੀਏਟਿਵ ਕੰਮ ਕਰ ਸਕਦੇ ਸੀਗੇ, ਉਹਨਾਂ ਕ੍ਰੀਏਟਿਵ ਕੰਮ ਹੁਣ ਨਹੀਂ ਕਰ ਸਕੋਗੇ। ਤੁਸੀਂ ਇੱਕ ਜਿਹਨੂੰ ਕਹਿੰਦੇ ਆ ਆਪਣੇ ਪੂਰੀ ਜਿਹੜੀ ਕੈਪੈਸਿਟੀ ਹੈ, ਪੂਰੀ ਊਰਜਾ ਨਾਲ ਵਧੀਆ ਕੰਮ ਨਹੀਂ ਕਰ ਸਕੋਗੇ, ਕਿਉਂਕਿ ਤੁਸੀਂ ਦਵਾਈ ਖਾ ਰਹੇ ਹੋ। ਤੁਸੀਂ ਹਮੇਸ਼ਾ ਇੱਕ ਮੰਨ ਲਓ 100 ਦੇ ਲੈਵਲ 'ਤੇ ਸੀਗੇ, ਤਾਂ ਤੁਸੀਂ 70-80 ਦੇ ਲੈਵਲ 'ਤੇ, 60 ਦੇ ਲੈਵਲ 'ਤੇ ਆ ਕੇ ਹੋ ਜਾਓਗੇ। ਇਹਦਾ ਮਤਲਬ ਤੁਹਾਡੀ ਯੂਟਿਲਿਟੀ ਸਮਾਜ ਨੂੰ ਘੱਟ ਗਈ ਨਾ, ਤੁਹਾਡੀ ਆਪਣੇ ਆਪ ਨੂੰ ਵੀ ਯੂਟਿਲਿਟੀ ਘੱਟ ਗਈ। ਤੁਸੀਂ ਕੋਈ ਕੰਮ ਕਰ ਰਹੇ ਸੀ, ਪੈਸੇ ਕਮਾ ਰਹੇ ਸੀਗੇ, ਆਪਣੇ ਪਰਿਵਾਰ ਨੂੰ ਪਾਲ ਰਹੇ ਸੀ, ਤੁਹਾਡੀ ਕਪੈਸਿਟੀ ਘੱਟ ਗਈ। ਤਾਂ ਇਹ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਇੱਦਾਂ ਦੀਆਂ ਨੇ ਕਿ ਜਨਰਲ ਸਾਰੇ ਨਰਵਸ ਸਿਸਟਮ ਨੂੰ ਦਬਾ ਦਿੰਦੀਆਂ ਨੇ, ਤਾਂ ਉਹਦਾ ਬਹੁਤ ਵੱਡਾ ਨੁਕਸਾਨ ਹੁੰਦਾ। ਦੂਜੀ ਗੱਲ, ਉਹਦੇ ਸਾਈਡ ਇਫੈਕਟ ਆਉਂਦੇ ਆ। ਤੀਜੀ ਗੱਲ, ਤਾਂ ਉਹਦੀ ਐਡਿਕਸ਼ਨ ਹੋ ਜਾਂਦੀ ਹੈ। ਫਿਰ
ਉਹ ਜਿਹੜਾ ਨਸ਼ੇੜੀ ਹੋ ਜਾਂਦਾ ਬੰਦਾ ਬ੍ਰੇਨ, ਉਹ ਤੁਸੀਂ ਵਾਪਸ ਨਹੀਂ ਗੱਲ ਕਰ ਸਕਦੇ। ਤਾਂ ਇਹ ਬੜੇ ਖਤਰਨਾਕ ਕਿਸਮ ਦੀਆਂ ਦਵਾਈਆਂ ਨੇ। ਉਹਦੀ ਬਜਾਏ ਚਾਹੀਦਾ ਕਿ ਸਾਨੂੰ ਸਾਨੂੰ ਕੋਈ ਗਾਈਡ ਕਰਨ ਵਾਲਾ ਬੰਦਾ ਹੋਵੇ, ਤਾਂ ਅਸੀਂ ਆਪਣੇ ਮਨ 'ਚ ਅਗਰ ਉਹਦਾ ਮਨਨ ਕਰੀਏ, ਚਿੰਤਨ ਮਨਨ ਕਰੀਏ, ਤਾਂ ਤੁਹਾਡੇ ਮਨ 'ਚ ਕੀ ਹੋਊਗਾ, ਕਿਉਂਕਿ ਅਸੀਂ ਕੁਦਰਤ ਦੇ ਬੱਚੇ ਹਾਂ, ਕੁਦਰਤ ਦੇ ਨਾਲ ਤਾਂ ਜੁੜੇ ਹੋਏ ਹਾਂ ਨਾ, ਅੰਦਰੋਂ ਤਾਂ ਜੁੜੇ ਹੋਏ ਹਾਂ। ਬਾਹਰੋਂ ਅਸੀਂ ਇੱਕ ਆਪਣਾ ਮੈਂ ਖੜੀ ਕਰ ਲਈ ਹੈ, ਜਾਂ ਅਹਿਮ ਖੜਾ ਕਰ ਲਿਆ, ਜਾਂ ਹੰਕਾਰ ਖੜਾ ਕਰ ਰਿਹਾ, ਲੇਕਿਨ ਅੰਦਰੋਂ ਤੁਸੀਂ ਜੁੜੇ ਹੋਏ ਹੋ, ਉਹਨੇ ਤੁਹਾਨੂੰ ਛੱਡਿਆ ਤਾਂ ਨਹੀਂ। ਤਾਂ ਕੁਦਰਤ ਸਾਡਾ ਮਾਂ ਹੈ, ਬਾਪ ਹੈ, ਸਭ ਕੁਛ ਹੈ, ਗੁਰੂ ਹੈ, ਮਾਂ ਹੈ, ਬਾਪ ਹੈ, ਸਭ ਕੁਦਰਤ ਹੈਗੀ ਹੈ। ਉਹ ਕੁਦਰਤ ਅੰਦਰੋਂ ਤੁਹਾਨੂੰ, ਕੁਦਰਤ ਅੱਗੇ ਪਰਮਾਤਮਾ ਨਾਲ ਜੁੜੀ ਹੋਈ ਹੈ। ਤਾਂ ਉਹ ਪਰਮਾਤਮਾ ਕੁਦਰਤ ਦੇ ਰਾਹੀਂ ਤੁਹਾਡੇ ਅੰਦਰ ਬਿਰਾਜਮਾਨ ਹੈ, ਤਾਂ ਤੁਹਾਨੂੰ ਗਾਈਡ ਕਰਦਾ। ਫਿਰ ਉਹ ਮੰਨ ਲਓ ਤੁਹਾਨੂੰ ਕੋਈ ਚਿੰਤਾ ਆ ਰਹੀ ਹੈ, ਜੇ ਤੁਸੀਂ ਉਹਦੇ ਠੀਕ ਢੰਗ ਨਾਲ ਚਿੰਤਨ ਮਨਨ ਕਰ ਗਏ, ਤਾਂ ਕੁਦਰਤ ਤੁਹਾਨੂੰ ਹੌਲੀ ਗਾਈਡ ਕਰਨਾ ਸ਼ੁਰੂ ਕਰ ਦੇਗੀ। ਫਿਰ ਤੁਹਾਡੀ ਉਂਗਲ ਫੜ ਲਏਗੀ, ਵੀ ਆ ਜਾ ਪੁੱਤਰ, ਤਾਂ ਤੁਹਾਨੂੰ ਗਾਈਡ ਕਰੇਗੀ। ਉਹ ਤੁਹਾਨੂੰ ਗਾਈਡ ਕਿੱਦਾਂ ਕਰੇਗੀ ਕਿ ਤੁਹਾਡੇ ਮਨ 'ਚ ਜੇ ਕੋਈ ਥਾਟ ਜਿਹੜਾ ਤੁਹਾਨੂੰ ਡਿਸਟਰਬ ਕਰ ਰਿਹਾ, ਤਾਂ ਉਹ ਥਾਟ ਤੁਹਾਨੂੰ ਡਿਸਟਰਬ ਕਰਦੇ ਕੁਦਰਤ ਤੁਹਾਨੂੰ ਦੋ ਕਿਸਮ ਦੇ ਥਾਟਸ ਦੇ ਸਕਦੀ ਹੈ। ਇੱਕ ਤਾਂ ਤੁਹਾਨੂੰ ਉਹਦਾ ਸੋਲਿਊਸ਼ਨ ਦੇ ਸਕਦੀ ਹੈ, ਵੀ ਇੱਦਾਂ ਹੱਲ ਕਰ ਲੈ, ਕੀ ਖਾਸ ਗੱਲ ਹੈ, ਐਵੇਂ ਕਿਉਂ ਉਲਝ ਰਿਹਾ। ਵੀ ਮੰਨ ਲਓ ਤੂੰ ਕਿਸੇ ਨਾਲ ਬਦਤਮੀਜ਼ੀ ਕੀਤੀ, ਕਿਸੇ ਨੂੰ ਮੰਦਾ ਭਲਾ ਬੋਲਿਆ, ਜਾ ਕੇ ਮਾਫੀ ਮੰਗ ਲੈ। ਉਹ ਕਰਾਂ ਜੀ, ਕਿਉਂਕਿ ਜਿੰਨੀਆਂ ਚਿੰਤਾਵਾਂ ਹੁੰਦੀਆਂ ਨੇ ਸਾਰੀਆਂ ਕਲੋਜ਼ ਰਿਲੇਸ਼ਨਸ ਨਾਲ ਹੁੰਦੀਆਂ ਨੇ। ਕੋਈ ਬਾਹਰੋਂ ਬੰਦਾ ਨਹੀਂ ਆ ਕੇ ਤੁਹਾਨੂੰ ਡਿਸਟਰਬ ਕਰਦਾ। ਵਾਈਫ ਦੀ ਹਸਬੈਂਡ ਨਾਲ ਹੈ, ਹਸਬੈਂਡ ਦੀ ਵਾਈਫ ਨਾਲ ਹੈ, ਬੱਚਿਆਂ ਨਾਲ ਹੈ, ਮਾਂ ਬਾਪ ਨਾਲ ਹੈ, ਕਲੋਜ਼ ਦੋਸਤਾਂ ਦੀ ਆਪਸ 'ਚ ਹੈ, ਬਿਜ਼ਨਸ ਹੋ ਸਕਦੀ ਹੈ। ਲੇਕਿਨ ਬਿਜ਼ਨਸ 'ਚ ਵੀ ਤੁਹਾਨੂੰ ਕਲੋਜ਼ ਬੰਦੇ ਜ਼ਿਆਦਾ ਡਿਸਟਰਬ ਕਰਦੇ ਆ। ਬਹੁਤੇ ਬੰਦੇ ਜਿਹੜੇ ਬਾਹਰਲੇ ਨਹੀਂ ਡਿਸਟਰਬ ਕਰਦੇ। ਤਾਂ ਉਹ ਕੁਦਰਤ ਤੁਹਾਨੂੰ ਮੈਸੇਜ ਦੇ ਦੇਗੀ ਕਿ ਬੇਟਾ ਉਸ ਬੰਦੇ ਨਾਲ ਇੱਦਾਂ ਡੀਲ ਕਰ ਤੂੰ। ਉਹ ਬੰਦਾ ਡੀਲ ਹੋ ਜਾਏਗਾ, ਕੋਈ ਗੱਲ ਨਹੀਂ, ਤੁਸੀਂ ਇੱਦਾਂ ਡੀਲ ਕਰੇਗਾ ਤਾਂ ਹੋ ਜਾਏਗਾ, ਇੱਦਾਂ ਦਾ ਮੈਸੇਜ ਦੇ ਦੇਗੀ। ਜੇ ਤੁਹਾਨੂੰ ਉਹ ਲੱਗਦਾ ਵੀ ਡੀਲ ਕਰਨ ਵਾਲਾ ਨਹੀਂ ਹੈਗਾ, ਕੁਦਰਤ ਨੂੰ ਲੱਗਦਾ ਕਿ ਡੀਲ ਨਹੀਂ ਹੋਣਾ ਇਹ, ਉਹਨੂੰ ਫਿਰ ਤੁਹਾਨੂੰ ਕੁਦਰਤ ਮੈਸੇਜ ਦੇ ਦੇਗੀ, ਤੇ ਛੱਡ ਪਰੇ, ਤੂੰ ਆਪਣੀ ਥਾਂ 'ਤੇ, ਤੂੰ ਆਪਣਾ ਕੰਮ ਕਰ। ਜ਼ਰੂਰੀ ਥੋੜ੍ਹਾ ਤੂੰ ਉਹਦੇ ਤੋਂ ਡਿਸਟਰਬ ਹੋ ਜਾ ਰਿਹਾ। ਤਾਂ ਕੁਦਰਤ ਇੱਦਾਂ ਦਾ ਕੋਈ ਨਾ ਕੋਈ ਤੁਹਾਨੂੰ ਰਸਤਾ ਦੇ ਦੇਗੀ, ਲਾਈਟ ਰੇ ਆਫ ਹੋਪ ਤੁਹਾਨੂੰ, ਕਿ ਜਿਵੇਂ ਦੀਵਾ ਖੜ ਕੇ ਅੱਗੇ ਤੁਰ ਪੈਂਦਾ ਬੰਦਾ, ਐਂ ਤੁਰੀ ਜਾਏਗੀ ਤੁਹਾਡੇ ਅੱਗੇ। ਉਹ ਕਿਉਂ, ਕਿੱਦਾਂ ਹੋਏਗਾ? ਉਹ ਤਾਂ ਹੀ ਹੋਏਗਾ ਜੇ ਅਸੀਂ ਕੁਦਰਤੀ ਤਰੀਕਾ ਕੀ ਹੈ ਕਿ ਅਸੀਂ ਕੁਦਰਤ 'ਤੇ ਵਿਸ਼ਵਾਸ ਕਰੀਏ, ਪਰਮਾਤਮਾ 'ਤੇ ਵਿਸ਼ਵਾਸ ਕਰੀਏ ਕਿ ਪਰਮਾਤਮਾ ਮੇਰਾ ਗਾਈਡ ਬੈਠਾ, ਮੇਰਾ ਗੁਰੂ ਬੈਠਾ, ਤਾਂ ਉਹਦੇ ਨਾਲ ਜੁੜੀਏ। ਕਿਉਂਕਿ ਇਹ ਜਿਹੜੀ ਮਾਨਸਿਕ ਬਿਮਾਰੀਆਂ ਜਿਹੜੀਆਂ ਨੇ, ਇਹ ਬਹੁਤ ਪਿਆਰੀ ਚੀਜ਼ ਨੇ ਇਸ ਸੈਂਸ 'ਚ ਕਿ ਸਾਨੂੰ ਸਪਿਰਿਚੁਅਲ ਬਣਾਉਂਦੀਆਂ ਨੇ। ਅੱਜ ਦਾ ਮਨੁੱਖ ਜਦ ਤੱਕ ਉਹ ਸਪਿਰਿਚੁਅਲ ਨਹੀਂ ਹੋਏਗਾ, ਤਦ ਤੱਕ ਉਹ ਆਪਣੀ ਲਾਈਫ ਕਦੀ ਵੀ ਪੀਸਫੁਲੀ ਰਹਿ ਨਹੀਂ ਸਕਦਾ। ਸਪਿਰਿਚੁਅਲਿਟੀ ਬਹੁਤ ਜ਼ਰੂਰੀ ਹੈ, ਔਰ ਸਪਿਰਿਚੁਅਲਿਟੀ ਬਹੁਤ ਹੀ ਸਿੰਪਲ ਚੀਜ਼ ਹੈ। ਅਸੀਂ ਸਪਿਰਿਚੁਅਲਿਟੀ ਨੂੰ ਬਹੁਤ ਕੰਪਲੈਕਸ ਕਰਤਾ ਹੋਇਆ। ਸਪਿਰਿਚੁਅਲਿਟੀ ਨੂੰ ਅਸੀਂ ਕਰਤਾ ਵੀ ਤਾਂ ਸੰਤਾਂ ਮਹਾਤਮਾ ਦੇ ਬੋਲ ਪਾਠ ਕਰਾਂਗੇ, ਇੰਨੇ ਸ਼ਲੋਕ ਪੜ੍ਹਾਂਗੇ, ਇੰਨੀ ਗੁਰਬਾਣੀ ਪੜ੍ਹਾਂਗੇ, ਇੰਨਾ ਰੋਜ਼ ਕੋਈ ਇੱਕ ਖੰਡ ਪਾਠ ਹਟਦਾ, ਦੂਜਾ ਸ਼ੁਰੂ ਹੋ ਜਾਂਦਾ, ਦੂਜਾ ਮੈਂ ਇੰਨੇ ਵਾਰੀ ਪਾਠ ਕਰ ਲਿਆ, ਮੈਂ ਇੰਨੇ ਵਾਰੀ ਵਾਹਿਗੁਰੂ। ਇਹ ਜਿਹੜੀ ਇਹਦੀ ਜ਼ਰੂਰਤ ਨਹੀਂ ਹੈ। ਸਿੰਪਲ ਇੱਕ ਸਰੈਂਡਰ ਕਰਨ ਦੀ ਲੋੜ ਹੈ ਕਿ ਕਰਨ ਵਾਲਾ ਤੁਹਾਡੇ ਕੋਲ ਇੱਕੋ ਹੀ ਕੰਮ ਹੈ ਕਿ ਤੁਸੀਂ ਆਪਣੇ ਸਾਹ ਨੂੰ ਵਿਟਨੈਸ ਕਰੋ। ਬਸ ਤੁਸੀਂ ਆਪਣੇ ਸਾਹ ਨੂੰ ਦੇਖੋਗੇ, ਆਉਂਦੇ ਜਾਂਦੇ ਸਾਹ ਨੂੰ, ਬ੍ਰੈਥ ਵਿਟਨੈਸਿੰਗ, ਇਹ ਤੁਹਾਡੇ ਕਰਨ ਵਾਲਾ ਕੰਮ ਹੈ ਜਿੱਥੋਂ ਸ਼ੁਰੂ ਹੁੰਦਾ। ਉਸ ਤੋਂ ਬਾਅਦ ਵਾਲਾ ਕੰਮ ਤੁਹਾਡੇ ਹੱਥ 'ਚ ਨਹੀਂ ਹੈ। ਉਸ ਤੋਂ ਬਾਅਦ ਫਿਰ ਗਾਈਡ ਤੁਹਾਨੂੰ ਕਰਨੇ, ਕੁਦਰਤ ਜਿਹੜੀ ਤੁਸੀਂ ਜੁੜ ਜਾਂਦੇ ਹੋ, ਜਦੋਂ ਤੁਸੀਂ ਸਾਹ ਨਾਲ ਜੁੜਦੇ ਹੋ ਤਾਂ ਯੂ ਆਰ ਕਨੈਕਟਡ ਵਿਦ ਦ ਨੇਚਰ ਦੇ ਰਾਹੀਂ ਪਰਮਾਤਮਾ ਨਾਲ ਜੁੜ ਜਾਂਦੇ ਹੋ। ਤਾਂ ਉਹ ਫਿਰ ਤੋਂ ਦੀਵਾ ਫੜ ਕੇ ਅੱਗੇ ਹੋ ਲੈਂਦਾ, ਫਿਰ ਉਹ ਤੁਹਾਨੂੰ ਗਾਈਡ ਕਰਨਾ ਸ਼ੁਰੂ ਕਰ ਦਿੰਦਾ। ਸੋ ਸਾਡੇ ਕੋਲ ਕੁਛ ਨਹੀਂ ਕਰਨ ਵਾਲਾ, ਚੁੱਪ ਕਰਕੇ ਅੱਧਾ ਘੰਟਾ ਬੈਠਣਾ ਮਸਤ, ਜਿੱਥੇ ਕੋਈ ਡਿਸਟਰਬੈਂਸ ਨਹੀਂ ਹੈ, ਔਰ ਆਪਣੇ ਸਾਹ ਨੂੰ ਦੇਖਣਾ। ਔਰ ਸਾਹ ਤੋਂ ਬਾਅਦ ਫਿਰ ਜੋ ਦੂਜਾ ਕੰਮ ਹੈ ਉਹ ਸ਼ੁਰੂ ਹੋ ਜਾਂਦਾ, ਤਾਂ ਫਿਰ ਉਹਨੂੰ ਇੰਜੋਏ ਕਰਨਾ, ਉਹਨੂੰ ਆਪਣਾ ਆਨੰਦ ਲੈਣਾ। ਉਹ ਕੀ ਹੈ, ਤੁਹਾਡੇ ਥਾਟ ਪ੍ਰੋਸੈਸਿੰਗ, ਥਾਟ ਵਿਟਨੈਸਿੰਗ ਆ ਜਾਂਦੀ। ਫਿਰ ਕਿ ਤੁਹਾਡੇ ਮਨ 'ਚ ਵਿਚਾਰ ਆਉਣਗੇ, ਵਿਚਾਰਾਂ ਦੇ ਉੱਪਰ ਆਪਣੇ ਆਪ ਨੂੰ ਫਿਰ ਉੱਥੇ ਫਿੜੀ ਜਾਣਾ। ਸਾਹਾਂ 'ਤੇ ਆ ਗਏ, ਕੋਸ਼ਿਸ਼ ਕਰਕੇ ਸਾਹ 'ਤੇ ਆਏ, ਫਿਰ ਵਿਚਾਰ ਆ ਜਾਣਗੇ, ਫਿਰ ਸਾਹ 'ਤੇ ਆਏ, ਫਿਰ ਵਿਚਾਰ ਆ ਜਾਣਗੇ, ਸਾਹ 'ਤੇ ਆਏ, ਫਿਰ ਵਿਚਾਰ। ਬਸ ਇੰਨਾ ਕੁ ਸਿੰਪਲ ਜਿਹਾ ਪ੍ਰੋਸੈਸ ਹੈ। ਉਹਦੇ 'ਚ ਕੋਈ ਨਹੀਂ, ਕੋਈ ਜ਼ਰੂਰੀ ਨਹੀਂ ਹੈ ਵੀ ਤੁਸੀਂ 1000 ਵਾਲੀ ਬਣ ਕੇ ਫੇਰ ਲਏ ਆ। ਕੋਈ ਜ਼ਰੂਰੀ ਨਹੀਂ 1000 ਵਾਰੀ ਵਾਹਿਗੁਰੂ ਕਰਨਾ। ਥੋੜ੍ਹਾ ਜੀ ਕਰਦਾ ਕਰ ਲਓ, ਥੋੜ੍ਹਾ ਜੀ ਕਰਦਾ ਮਾਲਾ ਫੇਰ ਨੂੰ ਮਾਲਾ ਫੇਰ ਲਓ, ਜੀ ਕਰਦਾ। ਲੇਕਿਨ ਉਹ ਕੋਈ ਕਰਨ ਵਾਲਾ, ਜਿੰਨਾ ਕਰਨ ਵਾਲੇ ਕੰਮ ਜ਼ਿਆਦਾ ਉਲਝਾਂਗੇ, ਉਨਾ ਉਹ ਪ੍ਰੋਸੈਸ ਜਿਹੜਾ ਉਹ ਲੰਬਾ ਹੋ ਜਾਏਗਾ, ਔਰ ਤੁਹਾਡੀ ਰਿਜ਼ਲਟਸ ਘੱਟ ਆਉਣਗੇ। ਉਹਦੇ 'ਚ ਉਲਝੋ ਨਾ, ਕਰਨ ਵਾਲਾ ਇੱਕੋ ਹੀ ਕੰਮ ਰੱਖੋ, ਬਸ ਸਿੰਪਲ ਜਿਹਾ ਕਿ ਆਪਣੇ ਅੱਖਾਂ ਬੰਦ ਕਰੋ ਅਤੇ ਸਾਹ ਨੂੰ ਆਉਂਦੇ ਜਾਂਦੇ ਨੂੰ ਦੇਖੀ ਜਾਓ। ਤਾਂ ਇਹਦੇ ਜਦੋਂ ਹੋਊਗਾ ਤਾਂ ਉਹ ਜਿਹੜੀ ਮਾਨਸਿਕ ਤੁਹਾਡੀ ਚੀਜ਼ ਡਿਸਟਰਬ ਕਰ ਰਹੀ ਆ, ਜਦੋਂ ਤੁਸੀਂ ਅੱਖਾਂ ਬੰਦ ਕਰਕੇ ਸਾਹ ਵਿਟਨੈਸ ਕਰ ਰਹੇ ਹੋ, ਤਾਂ ਇਹਦਾ ਮਤਲਬ ਤੁਸੀਂ ਜੇ ਆਮ ਸਿੱਧੀ ਭਾਸ਼ਾ ਕਹਿਣਾ ਹੋਵੇ ਤਾਂ ਤੁਸੀਂ ਪਰਮਾਤਮਾ ਵੱਲ ਪਿੱਠ ਕਰਕੇ ਖੜੇ ਸੀਗੇ, ਤੁਸੀਂ ਆਪਣਾ ਮੂੰਹ ਪਰਮਾਤਮਾ ਵੱਲ ਕਰ ਲਿਆ। ਬਸ ਤੁਹਾਡਾ ਇੰਨਾ ਹੀ ਰੋਲ ਹੈ। ਜਦੋਂ ਤੁਸੀਂ ਪਰਮਾਤਮਾ ਵੱਲ ਮੂੰਹ ਕਰ ਲਿਆ, ਫਿਰ ਤੁਹਾਡੀ ਕਮਿਊਨੀਕੇਸ਼ਨ ਬਣ ਗਈ ਬਸ। ਤਾਂ ਉਹ ਪਰਮਾਤਮਾ ਵੱਲ ਮੂੰਹ ਕਰਨ ਲਈ ਤੁਹਾਨੂੰ ਇੱਕੋ ਹੀ ਐਕਟੀਵਿਟੀ ਜਿਹੜੀ ਕਰਨ ਵਾਲੀ ਹੈ, ਉਹ ਹੈਗੀ ਬ੍ਰੈਥ ਵਿਟਨੈਸਿੰਗ। ਆਪਣੇ ਸਾਹ ਨੂੰ, ਆਉਂਦੇ ਜਾਂਦੇ ਸਾਹ ਨੂੰ ਦੇਖੋ। ਜਦੋਂ ਤੁਸੀਂ ਆਉਂਦੇ ਜਾਂਦੇ ਸਾਹ ਨੂੰ ਦੇਖਣਾ ਸ਼ੁਰੂ ਕਰਦੇ ਹੋ, ਤਾਂ ਸਾਹ ਜਿਹੜਾ ਉਹ ਲਿੰਕ ਹੈ ਬਿਟਵੀਨ ਗੋਡ, ਪਰਮਾਤਮਾ ਅਤੇ ਤੁਹਾਡੇ ਵਿਚਾਲੇ।
ਕਿਉਂਕਿ ਉਹਦੇ ਨਾਲ ਹੀ ਤੁਸੀਂ ਜੁੜੇ ਹੋਏ ਹੋ। ਜਦੋਂ ਤੁਸੀਂ ਜੁੜਦੇ ਹੋ ਤਾਂ ਤੁਹਾਡਾ ਮੂੰਹ ਜਿਹੜਾ ਪਰਮਾਤਮਾ ਵੱਲ ਹੋ ਗਿਆ। ਬਸ ਤੁਹਾਡਾ ਕੰਮ ਇੰਨਾ ਹੀ ਸੀਗਾ, ਬਾਕੀ ਕੰਮ ਜਿਹੜਾ ਅੰਦਰੋਂ ਆਪਣੇ ਆਪ ਹੀ ਤੁਹਾਨੂੰ ਗਾਈਡੈਂਸ ਹੋਈ ਜਾਂਦੀ ਹੈ, ਤੁਹਾਨੂੰ ਕੁਛ ਨਹੀਂ ਕਰਨ ਦੀ ਲੋੜ ਹੁੰਦੀ। ਫਿਰ ਤੁਹਾਨੂੰ ਉਹ ਕੁਦਰਤ ਜਿਹੜੀ ਸ਼ਕਤੀ ਹੈ, ਵਿਚਾਰ ਨੇ, ਉਹ ਗਾਈਡ ਕਰਦੇ ਆ। ਸੋ ਇਹ ਮਾਨਸਿਕ ਜਿਹੜੀਆਂ ਰੋਗਾਂ ਦੇ ਅੰਦਰ ਇਹ ਪ੍ਰਕਿਰਿਆ ਜਿਹੜੀ ਹੈ ਮੈਡੀਟੇਸ਼ਨ ਦੀ, ਇਹਨੂੰ ਅਡਾਪਟ ਕਰਨਾ ਚਾਹੀਦਾ। ਔਰ ਇਹਨੂੰ ਅਗਰ ਅਡਾਪਟ ਕਰ ਲਾਂਗੇ ਆਪਾਂ ਤਾਂ ਮਾਨਸਿਕ ਰੋਗਾਂ 'ਚੋਂ ਨਿਕਲ ਸਕਦੇ ਹਾਂ ਬੜੇ ਆਸਾਨੀ ਨਾਲ। ਇੱਥੇ ਆਈਏ ਲਾਸਟ ਦੇ ਵਿੱਚ, ਅਗਰ ਆਪਾਂ ਸ਼ਾਇਦ ਇਹ ਗੱਲ ਨਾ ਕੀਤੀ ਜਾਵੇ ਅਧੂਰੀ ਰਹਿ ਜਾਏਗੀ, ਕਿ ਜੇਕਰ ਇੱਕ ਬੰਦੇ ਨੂੰ ਪਤਾ, ਆਪਣੀ ਗੱਲ ਸੁਣ ਕੇ ਉਹਨੂੰ ਸਮਝ ਵੀ ਆ ਗਈ ਵੀ ਕੁਦਰਤ ਆਪਣੇ ਢੰਗ ਨਾਲ ਹੀਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਚਾਹੇ ਉਹ ਸਰੀਰਕ ਰੋਗ ਹੈ ਚਾਹੇ ਉਹ ਮਾਨਸਿਕ ਰੋਗ ਹੈ, ਪਰ ਉਹਨੂੰ ਸਮਝ ਕਿਵੇਂ ਆਵੇ ਕਿ ਇਹ ਕੁਦਰਤ ਕਰ ਰਹੀ ਹੈ ਤੇ ਮੈਂ ਇਹਦੇ 'ਚ ਟੰਗ ਨਹੀਂ ਅੜਾਉਣੀ, ਤੇ ਇਹ ਕੁਦਰਤ ਕਰ ਰਹੀ ਹੈ ਤਾਂ ਮੈਂ ਇਸ ਨੂੰ ਸਟੀਮੂਲੇਟ ਕਿਸ ਤਰ੍ਹਾਂ ਕਰਾਂ? ਉਹ ਮੈਂ ਤੁਹਾਨੂੰ ਦੱਸਿਆ ਨਾ, ਜੇ ਤੁਹਾਨੂੰ ਇੱਕ ਟੈਕਨੀਕ ਆ ਗਿਆ ਨਾ ਕਿ ਤੁਸੀਂ ਕੁਦਰਤ ਨਾਲ ਜਾਂ ਪਰਮਾਤਮਾ ਨਾਲ ਕਮਿਊਨੀਕੇਟ ਕਿੱਦਾਂ ਕਰਨਾ, ਬਸ ਉਹ ਟੈਕਨੀਕ ਆਪਣੇ ਆਪ ਆਉਂਦਾ। ਉਹ ਪਰਮਾਤਮਾ ਨਾਲ ਤਾਂ ਜਦੋਂ ਆਪਾਂ ਮਾਨਸਿਕ ਤੌਰ ਤੇ ਹੋ ਗਏ ਨਾ, ਜਿਹੜਾ ਸਰੀਰਕ ਤੌਰ ਤੇ ਆਪਾਂ ਜਿਹੜਾ ਕਸ਼ਟ ਆ ਰਿਹਾ ਉਹਨੂੰ ਕੁਦਰਤ ਕਿਵੇਂ ਹੀਲ ਕਰ ਰਹੀ ਹੈ ਤੇ ਆਪਾਂ ਉਹਨੂੰ ਬੂਸਟ ਕਿਵੇਂ ਕਰਨਾ, ਉਹ ਕਿਵੇਂ ਹੋਵੇ? ਉਹ ਅਲੱਗ-ਅਲੱਗ ਤਰੀਕੇ ਨਾਲ ਬੂਸਟ ਕਰਨ ਦੇ, ਜਿਵੇਂ ਦਰਦ ਨੂੰ ਬੂਸਟ ਡੀਲ ਕਿਵੇਂ ਕਰਨਾ, ਖਾਂਸੀ ਨੂੰ ਡੀਲ ਕਿਵੇਂ ਕਰਨਾ, ਬੁਖਾਰ ਨੂੰ ਡੀਲ ਕਿਵੇਂ ਕਰਨਾ, ਉਹ ਨੇਚਰਲ ਤਰੀਕੇ ਅਲੱਗ ਨੇ, ਐਂਟੀ ਨੇਚਰਲ ਤਰੀਕੇ ਅਲੱਗ ਨੇ। ਲੇਕਿਨ ਉਹਦਾ ਸਾਰਿਆਂ ਦੇ ਵਿੱਚ ਹੀ ਇਹ ਸੈਂਟਰਲ ਤਰੀਕਾ ਹੈ ਕਿ ਕੁਦਰਤ ਤੁਹਾਨੂੰ ਕਿੱਦਾਂ ਦੱਸੇਗੀ ਕਿ ਆਹ ਤਰੀਕਾ ਹੈ। ਤਾਂ ਕੁਛ ਤਾਂ ਤੁਹਾਡੀ ਬਜ਼ੁਰਗਾਂ ਦੀ ਵਿਜ਼ਡਮ ਹੈ, ਐਂਸੈਸਟਰਲ ਵਿਜ਼ਡਮ ਹੈ, ਉਹਨੂੰ ਉੱਧਰ ਦੇਖੋ। ਤੁਹਾਡੀ ਨਾਨੀ ਕੀ ਕਰਦੀ ਸੀ, ਤੁਹਾਡੀ ਦਾਦੀ ਕੀ ਕਰਦੀ ਸੀ, ਤੁਹਾਡੇ ਪੇਰੈਂਟਸ ਕੀ ਕਰਦੇ ਸੀਗੇ, ਉਹਨਾਂ ਦੀ ਸੁਣੋ। ਅੱਜ ਵੀ ਬੈਠੇ ਬਜ਼ੁਰਗੋ, ਉਹਨਾਂ ਦੀ ਸੁਣੋ ਵੀ ਉਹ ਕੀ ਕਰਦੇ ਸੀਗੇ, ਤਾਂ ਤੁਹਾਨੂੰ ਗਾਈਡ ਕਰਨਗੇ। ਉਹ ਕਿੱਦਾਂ ਕੀ ਖਾਣਾ ਖਾਂਦੇ ਸੀਗੇ, ਕਿੱਦਾਂ ਰਹਿੰਦੇ ਸੀਗੇ, ਕਿੱਦਾਂ ਪ੍ਰੇਮ ਨਾਲ ਰਹਿੰਦੇ ਸੀ, ਕਿੱਦਾਂ ਰਿਸ਼ਤੇਦਾਰੀਆਂ 'ਚ ਰਹਿੰਦੇ ਸੀਗੇ, ਉਹ ਅੱਜ ਵੀ ਬੈਠੇ ਆ। ਫੋਰਚੂਨੇਟ ਅਸੀਂ ਕਿ ਜੇ ਉਹ ਬਜ਼ੁਰਗ ਹੈਗੇ ਆ ਵਿੱਚ ਅਸੀਂ ਉਹਨਾਂ ਨਾਲ ਗਾਈਡ ਕਰ ਲੈ ਸਕਦੇ ਹਾਂ। ਦੂਜੀ ਗੱਲ, ਫਿਰ ਜਿਹੜਾ ਮੈਡੀਟੇਸ਼ਨ ਵਾਲਾ ਟੈਕਨੀਕ ਹੈ, ਜਿਹਦੇ 'ਚ ਬੰਦਾ ਪ੍ਰੋਪਰਲੀ ਕਰਨਾ ਸ਼ੁਰੂ ਕਰ ਦੇਵੇ ਤਾਂ ਕੁਦਰਤ ਆਪਣੇ ਆਪ ਗਾਈਡ ਕਰਨਾ ਸ਼ੁਰੂ ਕਰ ਦਿੰਦੀ। ਤੁਹਾਨੂੰ ਅੰਦਰੋਂ ਹੀ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਆਹ ਤਰੀਕਾ ਠੀਕ ਹੈ। ਤੁਸੀਂ ਹੈਰਾਨ ਰਹਿ ਜਾਓਗੇ, ਜਿਹੜੀ ਗੱਲ ਤੁਸੀਂ ਸੋਚੀ ਵੀ ਨਹੀਂ ਸੀ ਹੁੰਦੀ ਕਿ ਵੀ ਆਹ ਗੱਲ ਹੋ ਸਕਦੀ, ਉਹ ਹੋ ਜਾਏਗੀ। ਤੁਸੀਂ ਓਸ਼ੋ ਬਹੁਤ ਪਿਆਰੀ ਗੱਲ ਕਹਿੰਦਾ। ਓਸ਼ੋ ਕਹਿੰਦਾ ਕਿ ਇੱਛਾ ਕਰਨ ਲੱਗਿਆਂ ਬਹੁਤ ਗੰਭੀਰ ਰੂਪ 'ਚ ਸੋਚੋ। ਜੋ ਤੁਸੀਂ ਇੱਛਾ ਕਰ ਲਓਗੇ ਉਹ ਕੁਦਰਤ ਨੇ ਕਰਨਾ ਸ਼ੁਰੂ ਕਰ ਦੇਣਾ ਤੁਹਾਡੇ ਵਾਸਤੇ ਨਾਲ ਦੀ ਨਾਲ। ਸੋਚ ਕੇ ਰੱਖਿਓ, ਜੇ ਗਲਤ ਇੱਛਾ ਕਰ ਲਈ ਤਾਂ ਗਲਤ ਵੀ ਆਏਗਾ ਸਾਹਮਣੇ। ਸੋ ਇਸ ਕਰਕੇ ਇੱਛਾ ਕਰਨ ਵੇਲੇ ਇੱਕ ਉਹ ਜਿਹੜੇ ਪ੍ਰਿੰਸੀਪਲ ਨਾ ਛੱਡੋ ਕਿ ਉਹ ਇੱਛਾ ਕਿਸੇ ਦੇ ਵਿਰੋਧ 'ਚ ਨਹੀਂ ਹੋਣੀ ਚਾਹੀਦੀ, ਕਿਸੇ ਨੂੰ ਡੈਮੇਜ ਕਰਨ ਵਾਲੀ ਨਹੀਂ ਹੋਣੀ ਚਾਹੀਦੀ, ਕਿਸੇ ਨੂੰ ਨੁਕਸਾਨ ਕਰਨ ਵਾਲੀ ਨਹੀਂ ਹੋਣੀ ਚਾਹੀਦੀ। ਉਹ ਯੂਨੀਵਰਸ ਦੇ, ਆਸੇ-ਪਾਸੇ ਸਮਾਜ ਦੇ, ਸਭ ਦੇ ਫਾਇਦੇ ਦੀ, ਸਰਬੱਤ ਦੇ ਭਲੇ ਦੀ। ਜੇ ਉਹ ਸਰਬੱਤ ਦੇ ਭਲੇ ਦੀ ਹੈਗੀ ਹੈ ਤਾਂ ਕੁਦਰਤ ਬਹੁਤ ਤੇਜ਼ੀ ਨਾਲ ਫਿਰ ਤੁਹਾਨੂੰ ਹੈਲਪ ਕਰਨਾ ਸ਼ੁਰੂ ਕਰ ਦਿੰਦੀ ਹੈ। ਤੁਹਾਡੇ ਲਈ ਮੀਨਸ ਵੀ ਲਿਆਏਗੀ, ਤੁਸੀਂ ਕਦੀ ਸੋਚਿਆ ਵੀ ਨਹੀਂ ਹੁੰਦਾ। ਮੈਂ ਤਾਂ ਹੁਣ ਖੁਦ ਹੰਢਾ ਰਿਹਾ ਨਾ, ਕਦੀ ਮੈਂ ਸੋਚਿਆ ਨਹੀਂ ਸੀਗਾ ਵੀ ਅਸੀਂ ਨੇਚੁਰੋਪੈਥੀ ਦੀ ਗੱਲ, ਮੈਨੂੰ ਜਦੋਂ ਮੈਂ ਕਈ ਸਾਲਾਂ ਤੋਂ ਪੜ੍ਹ ਰਿਹਾ ਸੀਗਾ ਤਾਂ ਮੈਨੂੰ ਲੱਗਦਾ ਸੀ ਰਿਟਾਇਰਮੈਂਟ ਹੋ ਗਈ ਹੈ ਹੁਣ, ਕਿਵੇਂ ਇਸ ਗੱਲ ਨੂੰ ਹੁਣ ਤਾਂ ਸੰਭਵ ਨਹੀਂ ਹੈ। ਉਹ ਕਿੱਥੋਂ ਇੰਨੇ ਮਰੀਜ਼ ਆਉਣਗੇ ਜਿਹਦੇ ਉੱਪਰ ਮੈਂ ਇਸ ਗੱਲ ਨੂੰ ਲਾਗੂ ਕਰਾਂਗਾ। ਤਾਂ ਕੁਦਰਤ ਨੇ ਮੈਂ ਕਦੀ ਇਮੈਜਨ ਵੀ ਨਹੀਂ ਸੀ ਕੀਤਾ। ਲੇਕਿਨ ਉਹ ਆਪਣੇ ਆਪ ਹੀ, ਜੋ ਤੁਸੀਂ, ਕਿਉਂਕਿ ਉਹਦੇ ਅੰਦਰ ਕੋਈ ਮੈਲਾਫਾਈਡ ਇੰਟੈਂਸ਼ਨ ਨਹੀਂ ਹੈ, ਤਾਂ ਇੱਕ ਵੈਲਫੇਅਰ ਦੀ ਗੱਲ ਜਿਹੜੀ ਹੈ ਉਹ ਮੁੱਖ ਹੈ। ਤਾਂ ਕੁਦਰਤ ਆਪਣੇ ਆਪ ਹੀ ਲੀਡ ਕਰੀ ਜਾਂਦੀ ਹੈ ਵੀ ਐਂ ਕਰ ਲਓ, ਐਂ ਕਰ ਲਓ। ਆਪਣੇ ਆਪ ਹੀ ਲੋਕ ਆਈ ਜਾਂਦੇ ਆ, ਤੁਹਾਡੇ ਆਸੇ-ਪਾਸੇ ਵੀ ਉੱਦਾਂ ਦੀ ਸਪੋਰਟ ਆ ਜਾਂਦੀ ਹੈ। ਸੋ ਇਸ ਕਰਕੇ ਕਦੇ ਵੀ ਇਹ ਗੱਲ ਤੁਹਾਨੂੰ ਸਮਝ ਆਉਣੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਕੱਲੇ ਨਹੀਂ ਹੋ। ਤੁਸੀਂ ਇੱਕ ਕੁਦਰਤ ਨਾਲ ਜੁੜੇ ਹੋਏ ਹੋ ਔਰ ਕੁਦਰਤ ਦੇ ਰਾਹੀਂ ਤੁਸੀਂ ਕੋਸਮੋਸ ਨਾਲ ਜੁੜੇ ਹੋਏ ਹੋ। ਕੋਸਮੋਸ ਅਲਟੀਮੇਟਲੀ ਪਰਮਾਤਮਾ ਜਿਹੜਾ ਉਹਦਾ ਸੁਪਰੀਮ ਹੈ। ਪਰਮਾਤਮਾ ਸੁਪਰੀਮ ਹੈ। ਪਰਮਾਤਮਾ ਦੇ ਅੰਦਰ ਫਿਰ ਤਾਰਾ ਮੰਡਲ ਹੈ, ਤਾਰਾ ਮੰਡਲ ਦੇ ਅੰਦਰ ਧਰਤੀਆਂ ਨੇ, ਧਰਤੀ ਦੇ ਵਸਦੀ ਕੁਦਰਤ ਹੈ। ਇਹ ਸਭ ਕੁਛ ਉਹਦਾ ਹੀ ਤੁਸੀਂ ਕਿੱਸਾ ਹੋ। ਤਾਂ ਪੂਰੇ ਕੋਸਮੋਸ ਦਾ ਇੱਕ ਕਣ ਹੋ ਤੁਸੀਂ। ਤੁਹਾਨੂੰ ਚਿੰਤਾ ਕਰਨ ਦੀ ਕੀ ਲੋੜ ਹੈ? ਕੋਸਮੋਸ ਚੱਲ ਰਿਹਾ ਤਾਂ ਨਾਲ ਤੁਸੀਂ ਵੀ ਚੱਲ ਰਹੇ ਹੋ। ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਕੋਸਮੋਸ ਨੂੰ ਆਪਣੇ ਆਪ ਚਿੰਤਾ ਹੈ ਤੁਹਾਡੀ, ਉਹ ਤੁਹਾਨੂੰ ਆਪਣੇ ਆਪ ਗਾਈਡ ਕਰੇਗਾ। ਬਸ ਉਹਦਾ ਪਿੱਠ ਨਾ ਕਰੋ। ਤੁਹਾਡਾ ਇੱਕੋ ਹੀ ਕੰਮ ਹੈ, ਤੁਹਾਡਾ ਇੱਕੋ ਹੀ ਕੰਮ ਹੈ। ਅਤੇ ਆਮ ਧਾਰਮਿਕ ਸ਼ਬਦਾਵਲੀ 'ਚ ਅਸੀਂ ਕਹੀਏ ਤਾਂ ਉਹਨੂੰ ਇੱਕ ਵਿਗਿਆਨੀ ਦੇ ਮੂੰਹ 'ਚੋਂ ਇਹ ਗੱਲ ਬਹੁਤ ਲੋਕ ਅਜੀਬ ਲੈਂਦੇ ਆ ਲੋਕ, ਔਰ ਬਹੁਤ ਲੋਕ ਮੈਨੂੰ ਮਿਹਣੇ ਵੀ ਮਾਰਦੇ ਆ। ਲੇਕਿਨ ਕਿਉਂਕਿ ਸ਼ਬਦਾਵਲੀ ਸਾਡੀ ਬਣੀ ਹੋਈ ਹੈ ਧਾਰਮਿਕ, ਉੱਥੇ ਮੈਨੂੰ ਕੋਈ ਤਰ੍ਹਾਂ ਨਹੀਂ ਲੱਗਦਾ ਧਾਰਮਿਕ ਸ਼ਬਦਾਵਲੀ ਵਰਤਣ 'ਚ, ਕਿਉਂਕਿ ਮੈਨੂੰ ਇਹ ਪਤਾ ਲੱਗ ਗਿਆ ਕਿ ਜੋ ਧਰਮ ਕਹਿੰਦਾ ਹੈ ਉਹੀ ਸਾਇੰਸ ਕਹਿੰਦੀ ਹੈ। ਵਿਗਿਆਨ ਅਤੇ ਧਰਮ ਦੀ ਸਮਝ 'ਚ ਕੋਈ ਫਰਕ ਹੀ ਨਹੀਂ ਹੈ। ਤਾਂ ਬਹੁਤ ਲੋਕ ਜਿਹੜੇ ਇਹਨੂੰ ਇੱਕ ਦੂਜੇ ਦੇ ਵਿਰੋਧੀ ਸਮਝਦੇ ਆ। ਮੈਂ ਉਸ ਸਟੇਜ ਤੋਂ ਅੱਗੇ ਲੰਘ ਗਿਆ। ਇਸ ਕਰਕੇ ਮੈਂ ਧਾਰਮਿਕ ਸ਼ਬਦਾਵਲੀ ਵਰਤਣ ਲਈ ਝਿਜਕਦਾ ਨਹੀਂ ਹਾਂ। ਤਾਂ ਮੈਂ ਉਹੀ ਕਹਿੰਦਾ ਕਿ ਤੁਸੀਂ ਪਰਮਾਤਮਾ ਵੱਲ ਮੂੰਹ ਕਰ ਲਓ, ਪਿੱਠ ਨਾ ਕਰੋ। ਜੇ ਤੁਸੀਂ ਪਿੱਠ ਕਰਕੇ ਖੜ੍ਹੇ ਹੋਵੋਗੇ ਤਾਂ ਤੁਹਾਡੀ ਇੱਛਾ, ਕਿਉਂਕਿ ਕੁਦਰਤ ਤੁਹਾਡੀ ਇੱਛਾ ਨੂੰ ਤੁਹਾਨੂੰ ਡਿਸਟਰਬ ਨਹੀਂ ਕਰਦੀ। ਕੁਦਰਤ ਨੇ ਪਰਮਾਤਮਾ ਮਨੁੱਖ ਨੂੰ ਇਹੋ ਜਿਹੀ ਸ਼ਕਤੀ ਦਿੱਤੀ ਹੈ, ਫਰੀਡਮ ਦਿੱਤੀ ਹੈ ਕਿ ਤੁਸੀਂ ਪਿੱਠ ਕਰੀ ਰੱਖੋ, ਤੁਹਾਡੀ ਮਰਜ਼ੀ ਹੈ। ਮੂੰਹ ਕਰਨਾ ਮੂੰਹ ਕਰੋ, ਪਿੱਠ ਕਰੋਗੇ ਤਾਂ ਡਿਫਰੈਂਟ ਰਿਜ਼ਲਟ ਆਉਣਗੇ, ਮੂੰਹ ਕਰ ਲਓਗੇ ਤਾਂ ਡਿਫਰੈਂਟ। ਗੁਰਮੁਖ ਕਿ ਗੁਰੂ ਵੱਲ ਮੁੱਖ ਕਰਕੇ ਰੱਖੋ। ਤੋ
ਉਹ ਗੁਰੂ ਕੌਣ ਹੈ? ਅਲਟੀਮੇਟ ਗੁਰੂ ਪਰਮਾਤਮਾ ਹੈ। ਤਾਂ ਪਰਮਾਤਮਾ ਜਿਹੜਾ ਉਹਦੇ ਵੱਲ ਪਿੱਠ ਨਾ ਕਰੋ, ਮੂੰਹ ਕਰਕੇ ਖੜੇ ਹੋ ਜਾਓ। ਉਹਦੇ ਲਈ ਉਹਨੂੰ ਇੱਥੇ ਲਿਜਾਣ ਵਾਸਤੇ ਉਹ ਕੁਛ ਕਿਰਿਆਵਾਂ ਨੇ, ਕੁਛ ਚੀਜ਼ਾਂ ਨੇ, ਕੁਛ ਪ੍ਰੈਕਟਿਸ ਹੈ, ਕੁਛ ਤੁਹਾਨੂੰ ਉਹ ਕਰਨਾ ਪੈਂਦਾ ਹੈ। ਬਸ ਇੱਥੇ ਤਾਂ ਸਮਝ ਆ ਜਾਂਦੀ ਹੈ, ਪੜ੍ਹ ਕੇ ਆ ਜਾਏਗੀ, ਕਿਤਾਬਾਂ ਪੜ੍ਹ ਕੇ ਆ ਜਾਏਗੀ, ਸੁਣ ਕੇ ਆ ਜਾਏਗੀ, ਲੇਕਿਨ ਉਹਨੂੰ ਇੱਥੇ ਤੱਕ ਲਿਜਾਣਾ ਬਹੁਤ ਜ਼ਰੂਰੀ ਹੈ ਕਿ ਇੱਥੋਂ ਵਾਲਾ ਫਿਰ ਭੁੱਲ ਜਾਂਦਾ। ਕੁਝ ਫੋਰਗੇਟਫੁਲਨੈਸ ਬਹੁਤ ਹੁੰਦੀ ਹੈ ਵੀ ਇੱਥੋਂ ਤੁਸੀਂ ਜਦੋਂ ਕਿਸੇ ਦੀ ਗੱਲ ਸੁਣੋਗੇ ਤਾਂ ਤੁਹਾਨੂੰ ਲੱਗੇਗਾ ਵੀ ਹਾਂ ਠੀਕ ਹੈ, ਲੇਕਿਨ ਜਦੋਂ ਉਹ ਬੰਦਾ ਹਟ ਗਿਆ ਬੋਲਣੋਂ, ਉਹ ਫਿਰ ਤੁਸੀਂ ਭੁੱਲ ਜਾਓਗੇ। ਤਾਂ ਇੱਥੇ ਤੱਕ ਜਿਹੜਾ ਕਨੈਕਸ਼ਨ ਉਹ ਬਣਨਾ ਚਾਹੀਦਾ। ਅਤੇ ਜਦੋਂ ਜਿਹੜਾ ਬੰਦਾ ਪਰਮਾਤਮਾ ਵੱਲ ਮੂੰਹ ਕਰਕੇ ਰੱਖਦਾ, ਉਹਨੂੰ ਕੋਈ ਕਿਸੇ ਕਿਸਮ ਦੀ ਕੋਈ ਲੋੜ ਨਹੀਂ ਪੈਂਦੀ ਕਿ ਨਾ ਉਹਨੂੰ ਸਰੀਰਕ ਪੀੜਾ ਤੰਗ ਕਰੇ, ਨਾ ਉਹਨੂੰ ਮਾਨਸਿਕ ਪੀੜਾ ਤੰਗ ਕਰੇ, ਅਤੇ ਨਾ ਉਹਨੂੰ ਕੋਈ ਬਾਹਰਲੀ ਚੀਜ਼ ਡਿਸਟਰਬ ਕਰ ਸਕੇ। ਔਰ ਜਿੱਦਾਂ ਉਹ ਚਾਹੇਗਾ ਉੱਦਾਂ ਹੁੰਦਾ, ਆਪਣੇ ਆਪ ਹੋਈ ਜਾਂਦਾ। ਉਹ ਸਾਰੀ ਕੁਦਰਤ ਦੀਆਂ ਸ਼ਕਤੀਆਂ, ਪਰਮਾਤਮਾ ਦੀਆਂ ਸ਼ਕਤੀਆਂ ਉਹਦੀ ਮਦਦ 'ਤੇ ਆ ਜਾਂਦੀਆਂ ਨੇ, ਅਤੇ ਉਹ ਕੋਈ ਉਹਦਾ ਕੁਛ ਨਹੀਂ ਵਿਗਾੜ ਸਕਦਾ। ਇਸ ਕਰਕੇ ਇਹ ਸਭ ਤੋਂ ਜਿਹੜਾ ਗੋਲਡਨ ਪ੍ਰਿੰਸੀਪਲ ਹੈ ਉਹ ਹੈ ਪਰਮਾਤਮਾ ਵੱਲ ਮੂੰਹ ਕਰਕੇ ਰੱਖਣਾ। ਡਾਕਟਰ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨੂੰ ਇੰਨੀ ਵਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਉਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਕੁਦਰਤ ਕਿਵੇਂ ਸਾਨੂੰ ਇਲਾਜ ਕਰਦੀ ਹੈ, ਸਾਨੂੰ ਸਮਝਾਉਂਦੀ ਹੈ, ਸਾਡਾ ਸਰੀਰ ਠੀਕ ਕਰਦੀ ਹੈ, ਅਤੇ ਅਸੀਂ ਕੁਦਰਤ ਦੇ ਰਸਤੇ ਦੇ ਵਿੱਚ ਕਿਸ ਤਰ੍ਹਾਂ ਰੁਕਾਵਟਾਂ ਖੜੀਆਂ ਕਰਕੇ ਉਹ ਆਪਣੇ ਰੋਗਾਂ ਨੂੰ ਵਧਾ ਲੈਂਦੇ ਹਾਂ, ਆਪਣੀਆਂ ਚਿੰਤਾਵਾਂ ਨੂੰ ਵਧਾ ਲੈਂਦੇ ਹਾਂ, ਆਪਣਾ ਆਪ ਖਰਾਬ ਕਰ ਲੈਂਦੇ ਹਾਂ ਅਤੇ ਲੰਮਾ ਸਮਾਂ ਸੰਤਾਪ ਭੋਗਦੇ ਹਾਂ। ਡਾਕਟਰ ਸਾਹਿਬ ਨੇ ਪੂਰੀ ਵਿਸਥਾਰ ਦੇ ਨਾਲ ਸਮਝਾਇਆ ਵੀ ਕੀ ਕਰਨਾ ਚਾਹੀਦਾ ਸਾਨੂੰ ਕੁਦਰਤ ਦੇ ਜਿਹੜੇ ਹੀਲ ਕਰਨ ਦੇ, ਇਲਾਜ ਕਰਨ ਦੇ ਪ੍ਰੋਸੈਸ ਨੂੰ ਵਧਾਉਣ ਲਈ, ਅਤੇ ਕੀ ਕਰਨਾ ਚਾਹੀਦਾ ਜਿਹੜਾ ਕਿ ਉਸ ਇਲਾਜ ਕਰਨ ਦੇ ਤਰੀਕੇ ਨੂੰ ਜਿਹੜਾ ਉਹਦੇ 'ਚ ਰੁਕਾਵਟ ਨਾ ਆਵੇ ਅਤੇ ਅਸੀਂ ਜਿਹੜਾ ਉਹ ਹੋਰ ਬਿਮਾਰ ਨਾ ਹੋਈਏ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਕਿਰਪਾ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਇਹ ਸਮਝ ਸਾਰਿਆਂ ਤੱਕ ਜਾਵੇ ਅਤੇ ਉਹ ਇਸ ਦਾ ਫਾਇਦਾ ਚੁੱਕ ਸਕਣ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦੇ ਇਜਾਜ਼ਤ। ਧੰਨਵਾਦ।